अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਪਿਛਲੀ ਵਾਰੀ ਮੈਂ ਉਹ ਵਾਰਿਸ ਸ਼ਾਹ ਦਾ ਸ਼ੇਰ ਪੜ੍ਹਦਿਆਂ ਪਿਆ, ਮੈਨੂੰ ਯਾਦ ਆਇਆ ਕਿ ਉਹ ਐ ਸੀ ਨਾ, ਅਲਫ ਅੱਜ ਦੇ ਗੱਭਰੂ ਸੱਕ ਮਲਦੇ ਤੇ ਬੀਬੀਆਂ ਬਹੁਤੀਆਂ ਹੁੱਕੇ ਦੀਆਂ ਛੇਕੀਆਂ ਨਹੀਂ, ਸੈਯਦ ਟਾਂਗਿਆਂ ਦੇ ਕੋਚਵਾਨ ਬਣ ਗਏ, ਮਹਿੰਗੀਆਂ ਲਈਆਂ ਤੇ ਸਸਤੀਆਂ ਵੇਚੀਆਂ ਨਹੀਂ। ਇਹ ਯਾਨੀ ਅਗਰ ਉਂਝ ਕਿਸੇ ਨੂੰ ਇਹ ਰਾਹ ਜਾਂਦਿਆਂ ਸੁਣਾਈਏ ਤਾਂ ਉਹ ਝੱਟ ਚੰਗਾ ਤੁਹਾਡਾ ਮੂੰਹ ਵਹਿੰਦਾ ਰਹਿੰਦਾ ਕਿ ਯਾਰ ਇਹ ਕਿਹੜੀ ਸ਼ੈ ਮਹਿੰਗੀ ਲਈ ਸੀ ਅਤੇ ਕਿਹੜੀ ਸਸਤੀ ਵੇਚੀ ਸੀ। ਅਤੇ ਉਹ ਚੂੰਕਿ ਪਾਕਿਸਤਾਨ ਦੇ ਕੰਟੈਕਸਟ 'ਚ ਗੱਲ ਪਈ ਹੁੰਦੀ ਸੀ ਵੀ ਪਾਕਿਸਤਾਨ ਜਾਂ ਆਜ਼ਾਦੀ ਜਾਂ ਤੁਹਾਡਾ ਰਹਿਣ ਬਹਿਣ ਜਾਂ ਤੁਹਾਡੀ ਡੇਰੇਦਾਰੀ, ਇਹ ਘਰ ਹੈ ਵੱਡਾ ਸਾਰਾ। ਪਾਕਿਸਤਾਨ ਜਿਹੜਾ ਇਹ ਤੁਹਾਡਾ ਡੇਰਾ ਡੰਡਕ ਹੈ, ਇਹ ਤੁਹਾਡਾ ਥਾਲ ਕਟੋਰਾ ਹੈ। ਅਤੇ ਜੇ ਇਹਨੂੰ ਤੁਸੀਂ ਲਿਆ ਮਹਿੰਗਿਆ ਅਤੇ ਵੇਚੀ ਸਸਤਾ ਜਾਂਦੇ ਹੋ ਕਿ ਮਤਲਬ ਜਿਹਦੇ ਹੱਥ ਜੋ ਆਇਆ, ਚੋਰਾਂ ਦੇ ਥਿਗੜੇ ਡਾਂਗਾਂ ਦੇ ਗਾਜ਼ ਵਾਲਾ ਹਿਸਾਬ, ਅਤੇ ਉਹਦੇ 'ਤੇ ਫਿਰ ਮਤਲਬ ਕਿ ਕਿਸੇ ਕੋਲ ਲੰਮੀ ਚੌੜੀ ਫਿਲਾਸਫੀ ਕੱਢ ਕੇ ਲਿਆਉਣ ਦੀ ਲੋੜ ਹੀ ਕੋਈ ਨਹੀਂ ਪਈ ਹੁੰਦੀ। ਪਤਾ ਹੁੰਦਾ ਵੀ ਜੇ ਗਾਵਾਂ ਗਵਾਚੀਆਂ ਖੁਰਾ ਕਿਹੜੇ ਪਾਸੇ ਜਾਣਾ। ਫਿਰ ਇੱਕ ਗਵੇੜੀ ਬੰਦੇ ਹੁੰਦੇ ਨਾ ਅੱਗੇ, ਜਿਵੇਂ ਮੈਂ ਅੱਗੇ ਸ਼ਾਇਦ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਖੋਜੀ ਹੁੰਦੇ ਸਨ ਜਿਹੜੇ ਖੁਰਾ ਕੱਢਦੇ ਸਨ ਡੰਗਰਾਂ ਦੀ ਝੋਰੀ 'ਚ, ਅਤੇ ਇੱਕ ਬੰਦੇ ਹੁੰਦੇ ਸਨ ਜਿਹੜੇ ਨਾਲ ਖੁਰੇ ਨਾਲ ਨਹੀਂ ਸਨ ਜਾਂਦੇ, ਉਹਨਾਂ ਨੂੰ ਆਉਂਦੇ ਨੇ ਗਵੇੜੀ। ਉਹ ਘਰ ਬੈਠੇ ਹੀ ਹਿਸਾਬ ਲਾ ਲੈਂਦੇ ਸਨ ਕਿ ਇਹ ਕਿਹੜੇ ਪਾਸੇ ਖੁਰਾ ਜਾ ਸਕਦਾ, ਯਾਨੀ ਉਹਦੇ ਉਹ ਜਿਹੜੇ ਇਮਕਾਨਾਤ ਨੇ ਉਹਨਾਂ ਦੀ ਉਹਦੇ ਉੱਤੇ ਨਜ਼ਰ ਹੁੰਦੀ ਸੀ। ਫਿਰ ਜਿਹੜੀਆਂ ਨਾਲ ਸੂਰਤ ਹਾਲ ਪੈਦਾ ਹੋ ਰਹੀ ਹੁੰਦੀ ਹੈ, ਮਤਲਬ ਹੁਣ ਅਗਰ ਵੱਡੇ ਕੰਟੈਕਸਟ 'ਚ ਵੇਖੋ ਤੁਸੀਂ ਪੂਰੇ ਮੁਲਕ ਦੇ ਹਿਸਾਬ ਵਿੱਚ, ਤਾਂ ਉੱਥੇ ਤਾਂ ਬਣ ਜਾਂਦਾ ਨਾ ਜੀ ਡਿਵੈਲਪਮੈਂਟਸ ਕੀ ਹੋ ਰਹੀਆਂ ਨੇ ਜੀ, ਅੱਜ ਕੱਲ੍ਹ ਹੁਣ ਆਪੋਜੀਸ਼ਨ ਕੀ ਪੇ ਕਰਦੀ ਹੈ, ਫਲਾਣੇ ਕੀ ਪੇ ਕਰਦੇ ਨੇ। ਉਹ ਗਵੇੜੀ ਬੁੱਢੇ ਜਿਹੜੇ ਸਨ ਉਹ ਬੰਦੇ ਦੀ ਚਾਲ ਢਾਲ ਤੋਂ ਵੇਖ ਲੈਂਦੇ ਸਨ ਵੀ ਆਹ ਬੰਦਾ ਜਿਹੜਾ ਇੱਥੋਂ 2 ਵਾਰੀ ਛੱਡ ਕੇ ਤੀਜੀ ਵਾਰੀ ਲੱਗਿਆ ਇਸ ਗਲੀ 'ਚੋਂ, ਇਹਦਾ ਮਕਸਦ ਕੀ ਹੈ। ਉਹ ਜਿਹੜਾ ਤੁਹਾਡਾ ਨਿਜ਼ਾਮ ਹੈ ਉਹ ਇਸ ਵਕਤ ਮੁਲਕੀ ਸਤਹ 'ਤੇ ਵੀ ਉਂਝ ਹੀ ਚੱਲਦਾ ਪਿਆ। ਇੰਝ ਨਹੀਂ ਹੁੰਦਾ ਵੀ ਤੁਸੀਂ ਅਗਰ ਪੰਜਾਬੀ 'ਚ ਤੁਸੀਂ ਕਦੀ ਗੱਲਾਂ ਨਹੀਂ ਸੁਣੀਆਂ ਜਾਂ ਪੰਜਾਬੀ ਦੇ ਉੱਤੇ ਪ੍ਰੋਗਰਾਮ ਕੋਈ ਨਹੀਂ ਪਾਉਂਦੇ ਜਾਂ ਬੁੱਢਿਆਂ ਦੀ ਜਿਹੜੇ ਉਹ ਡੇਰੇਦਾਰੀ ਵਾਲੀਆਂ ਗੱਲਾਂ ਨੇ ਉਹ ਇਸ ਵਕਤ ਮੇਨ ਸਟ੍ਰੀਮ ਮੀਡੀਆ 'ਚ ਤੁਹਾਡੇ ਸਾਹਮਣੇ ਨਹੀਂ ਆਈਆਂ ਕਦੀ, ਅਤੇ ਇਹਦਾ ਮਤਲਬ ਹੁਣ ਆਉਂਦਾ ਸੋਚਣ ਵਾਲਾ ਨਿਜ਼ਾਮ ਵੀ ਬੰਦ ਹੋ ਗਿਆ। ਇਹ ਕੁਝ ਨਹੀਂ ਹੁੰਦਾ, ਇੰਝ ਹੋਇਆ ਹੀ ਕਦੀ ਨਹੀਂ। ਬਲਕਿ ਅੱਜ ਹੁਣ ਮੈਂ ਆਪਣੇ ਪ੍ਰੋਗਰਾਮ ਵਿੱਚ ਇੱਕ ਬੜੀ ਅੱਛੀ ਇਬਤਦਾ ਹੋਈ ਹੈ ਕਿ ਸਾਡੇ ਪੁਰਾਣੇ ਦੋਸਤ ਜੰਗ ਤੋਂ ਬਿਲੋਂਗ ਕਰਦੇ ਨੇ ਔਰ ਬਾਅਦ ਵਿੱਚ ਫਿਰ ਮਤਲਬ ਹੈ ਕਿ ਬੋਲੀਆਂ ਜਾਂ ਇਲਾਕੇ ਇਹ ਕੋਈ ਤੁਹਾਡੇ ਰਾਹ 'ਚ ਅੱਗੇ ਮੂੰਹ ਦੇ ਉੱਤੇ ਚਬੂਤ ਨਹੀਂ ਨਾ ਚਾੜ ਛੱਡਦੇ ਵੀ ਤੁਸੀਂ ਅੱਗੋਂ ਪੜ੍ਹ ਲਿਖ ਨਹੀਂ ਸਕਦੇ, ਜਾਂ ਅੱਖਾਂ 'ਤੇ ਖੋਪੇ ਨਹੀਂ ਚਾੜ ਛੱਡਦੇ ਫਲਾਣਾ ਬੰਦਾ ਫਲਾਣੇ ਜ਼ਿਲ੍ਹੇ ਦਾ ਅਤੇ ਪੜ੍ਹ ਨਹੀਂ ਸਕਦਾ। ਇਹਨਾਂ ਮਾਸ਼ਾਅੱਲਾ ਸਾਡੇ ਵੇਖਿਆ ਇਹਨਾਂ ਨੂੰ IR ਵਿੱਚ ਪੜ੍ਹਦਿਆਂ, ਫਿਰ ਅੱਗੋਂ ਬਾਹਰ ਜਾ ਕੇ ਵੀ ਆਪਣੀਆਂ ਮਜ਼ੀਦ ਤਾਲੀਮ ਨੂੰ ਵੀ ਵਧਾਇਆ, ਫਿਰ ਬੜੇ ਅੱਛੇ ਇਦਾਰੇ ਔਰ ਇਦਾਰਿਆਂ ਦੇ ਵਿੱਚ ਅੱਛੇ ਪ੍ਰੋਜੈਕਟਸ ਉਹਨਾਂ ਦੀ ਬੁਨਿਆਦ ਰੱਖੀ। ਅਤੇ ਉਹ ਮੈਂ ਵਹਿੰਦਾ ਹੁੰਦਾ ਸਾਂ ਜੇ ਉਹ ਕੁੜਤਾ ਸ਼ਲਵਾਰ ਹੀ ਪਾਈ ਫਿਰਦੇ ਸਨ, ਕਦੀ ਖੱਦਰ ਅਤੇ ਕਦੀ ਦੂਜਾ ਮਲਮਲ, ਤਾਂ ਕੋਈ ਉਹਨੂੰ ਮਤਲਬ ਲੋੜ ਨਹੀਂ ਸੀ ਕਦੀ ਪੈਂਦੀ ਹੁੰਦੀ। ਅੱਜ ਮੈਂ ਪ੍ਰੋਗਰਾਮ ਵਿੱਚ ਉਹਨਾਂ ਨੂੰ ਦਰਖਾਸਤ ਕੀਤੀ ਤਾਂ ਉਹ ਮੇਰੇ ਨਾਲ ਸ਼ਾਮਿਲ ਨੇ। ਮੁਖਤਾਰ ਅਹਿਮਦ ਅਲੀ ਉਹਨਾਂ ਦਾ ਨਾਂ ਹੈ, ਅਸੀਂ ਉਹਨਾਂ ਨੂੰ ਮੁਖਤਾਰ ਕੁਰੈਸ਼ੀ ਆਉਂਦੇ ਹੁੰਦੇ ਸਾਂ। ਅਤੇ ਹੁਣ ਪਤਾ ਨਹੀਂ ਉਹ ਜਿਹੜਾ ਜ਼ਾਤ ਵਾਲਾ ਅਤੇ ਜਿਹੜਾ ਬਰਾਦਰੀ ਵਾਲਾ ਪਿਛਲਾ ਹਵਾਲਾ ਸੀ ਉਹ ਘੱਟ ਗਿਆ, ਹੁਣ ਸਿਰਫ ਮੁਖਤਾਰ ਸਾਹਿਬ ਜਾਂ ਮੁਖਤਾਰ ਅਹਿਮਦ ਅਲੀ ਦੇ ਤੌਰ 'ਤੇ ਹੀ ਜਾਣੇ ਜਾਂਦੇ ਨੇ ਜ਼ਿਆਦਾਤਰ। ਬਹਰਹਾਲ ਮੁਖਤਾਰ ਸਾਹਿਬ अस्सलाम वालेकुम। ਪ੍ਰੋਗਰਾਮ ਹੁੰਗਾਰਾ 'ਚ ਖੁਸ਼। ਵਾਲੇਕੁਮ ਸਲਾਮ, ਬੜੀ ਮਿਹਰਬਾਨੀ ਭੱਟੀ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਲਈ। ਸਰ ਇਹ ਮੈਨੂੰ ਤਾਂ ਅਸਲ 'ਚ ਨਾ ਤੁਹਾਨੂੰ ਸ਼ਾਮਿਲ ਕਰਦਿਆਂ ਪਿਆ ਐਡਾ ਝਾਕਾ ਵੀ ਕੋਈ ਨਹੀਂ ਆਇਆ। ਉਹਦੀ ਵਜ੍ਹਾ ਇਹ ਵੇ ਕਿ ਉਹ ਇੱਕ ਮਿਸਾਲ ਹੁਣ ਤੁਹਾਨੂੰ ਦੱਸਣੀ ਪੈਣੀ ਹੈ। ਉਹ ਇੱਕ ਜ਼ਿਮੀਂਦਾਰ ਦੇ ਘਰ ਕੋਈ ਜਨਾਨੀ ਬਹਿ ਗਈ ਜੀ, ਅਤੇ ਉਹ ਹੈ ਸੀ ਦੂਜੇ ਮਤਲਬ ਜ਼ਰਾ ਲੋ ਕਾਸਟ ਦੀ, ਅਤੇ ਉਹਨੂੰ ਫਿਰ ਨਵੀਂ ਚੁਦਰਾਣੀ ਬਣੀ ਸੀ। ਅਤੇ ਉਹ ਇੱਕ ਦਿਨ ਨਾ ਜਿਹੜੇ ਸਾੜੀ ਸੋਹਣੀ ਅਤੇ ਦਾਣੇ ਲੈਣ ਆਉਂਦੇ ਨੇ ਨਾ, ਉਹ ਆਏ ਉਹਦੀ ਬਰਾਦਰੀ 'ਚੋਂ, ਅਤੇ ਉਹਨਾਂ ਨੂੰ ਆਂਦੀ ਤੁਹਾਨੂੰ ਕਿੰਨੇ ਟੋਪੇ ਦਾਣੇ ਦੇਈਦੇ ਨੇ। ਉਹਨਾਂ 'ਚੋਂ ਇੱਕ ਜਿਹੜਾ ਸੀ ਉਹਦੇ ਕੋਲ ਨਾ ਰਿਹਾ ਗਿਆ ਬਈ ਉਹਨੂੰ ਪਰਤਾ ਦਿੱਤਾ। ਉਸ ਆਖਿਆ ਚੁਦਰਾਣੀ ਸਾਰੀ ਉਮਰ ਇੱਥੋਂ ਆ ਕੇ ਦਾਣੇ ਤੂੰ ਲੈਂਦੀ ਰਹੀ ਹੈ ਚੌਧਰੀਆਂ ਨੂੰ, ਅਤੇ ਅੱਜ ਹੁਣ ਤੂੰ ਦੇਣ ਤੇ ਆਪ ਬੈਠੀ ਹੈ, ਤੈਨੂੰ ਕਿਹੜੀ ਭੁੱਲ ਹੈ ਵੀ ਕਿੰਨੇ ਟੋਪੇ ਦੇਈਦੇ ਨੇ। ਇਸ ਵਾਸਤੇ ਮੈਨੂੰ ਤੁਹਾਡਾ ਚੂੰਕਿ ਅੱਗੇ ਪਤਾ ਸੀ ਵੀ ਜੰਗ ਵਾਲਿਆਂ ਨੂੰ ਹੁਣ ਇਹ ਤਾਂ ਨਹੀਂ ਵੀ ਪੰਜਾਬੀ ਤੁਸੀਂ ਸਿੱਖ ਕੇ ਬੋਲਣੀ ਹੈ, ਇਸ ਵਾਸਤੇ ਜਨਾਬ ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ ਹੋ। ਔਰ ਅੱਜ ਜਿਹੜਾ ਤੀਜੇ ਚੌਥੇ ਦਿਨ ਦਾ ਤਮਾਸ਼ਾ ਲੱਗਾ ਜੀ, ਉੱਥੇ ਉਹ ਮੈਗਾਫੋਨ ਮਤਲਬ ਬੈਨਰ ਅਤੇ ਅੱਗੇ ਪਿੱਛੇ ਵੀ RTI ਮੇਰੇ ਖਿਆਲ ਰਾਈਟ ਟੂ ਇਨਫੋਰਮੇਸ਼ਨ ਜੀ ਜੀ, ਅਤੇ ਉਹਦੇ ਬਾਨੀ ਤੁਸੀਂ ਉਹ ਤਾਂ ਹੁਣ ਦੱਸੋ ਇਹ ਕੀ ਬਣਿਆ ਕੀ, ਮਤਲਬ ਕਿ ਅਚਾਨਕ ਬੈਠਿਆਂ ਟੁਰਦੇ ਢੱਗੇ ਨੂੰ ਛੋਟੀ ਮਾਰੀ ਕੌਣ ਹੈ ਅਤੇ ਕਿਉਂ ਇਹ ਰੌਲਾ ਬਣਿਆ। ਭੱਟੀ ਸਾਹਿਬ ਤੁਹਾਨੂੰ ਪਤਾ ਹੈ ਕਿ ਇੱਥੇ
ਅਸਾਂ ਕਾਫੀ ਅਰਸੇ ਤੋਂ ਇਸ ਗੱਲ ਤੇ ਕੰਮ ਕਰ ਰਹੇ ਸੀ ਜੀ ਜੀ ਕਿ ਇਹ ਜਿਹੜੀ ਸਾਡੀ ਹਕੂਮਤ ਹੈ ਜੀ ਜੀ ਜਿਹਨੂੰ ਅਸੀਂ ਬਣਾਉਂਦੇ ਆ ਮੁਲਕ ਵੀ ਲੋਕਾਂ ਹੀ ਬਣਾਇਆ ਹੈ, ਮਤਲਬ ਕਾਇਦੇ ਆਜ਼ਮ ਦੇ ਪਿੱਛੇ ਲੋਕ ਲੱਗੇ ਤੇ ਮੁਲਕ ਬਣਿਆ ਜੀ ਹਾਂ ਤੇ ਲੋਕਾਂ ਹੀ ਮੁਲਕ ਬਣਾਇਆ ਨਾ, ਤੇ ਲੋਕਾਂ ਲਈ ਬਣਾਇਆ ਗਿਆ ਹੈ ਕਿ ਜਨਾਬ ਇੱਕ ਐਸਾ ਮੁਲਕ ਹੋਏ ਜਿੱਥੇ ਲੋਕ ਆਜ਼ਾਦੀ ਨਾਲ ਰਹਿਣ, ਠੀਕ ਆਪਣੇ ਮਾਮਲਾਤ ਚਲਾਵਣ, ਠੀਕ ਆਪਣੀ ਇੱਕ ਹਕੂਮਤ ਬਣਾਵਣ, ਉਹਨਾਂ ਦੀ ਆਪਣੀ ਹਕੂਮਤ ਹੋਵੇ ਤੇ ਉਹ ਹਕੂਮਤ ਉਹਨਾਂ ਲਈ ਕੰਮ ਕਰੇ। ਠੀਕ ਹੈ, ਮਤਲਬ ਇਹੀ ਜਮਹੂਰੀਅਤ ਹੈ ਨਾ। ਹੈ ਤੇ ਕੋਈ ਬਾਦਸ਼ਾਹ ਨਾ ਹੋਵੇ, ਜੀ ਹਾਂ। ਕੋਈ ਬਾਦਸ਼ਾਹ ਨਾ ਹੋਵੇ ਕਿ ਜਿਹੜਾ ਆਪਣੇ ਲਈ ਕੰਮ ਕਰੇ ਜੀ ਹਾਂ ਔਰ ਜਿਹਨੂੰ ਬਣਾਵਣ ਹੀ ਸਾਡਾ ਕੋਈ ਅਮਲ ਦਖਲ ਨਾ ਹੋਵੇ, ਜੀ ਉਹ ਆਪੇ ਕੋਈ ਬਣ ਕੇ ਆ ਜਾਵੇ ਕਿ ਮੈਂ ਮੁਗਲ ਹੈਵਾਂ ਜਾਂ ਮੈਂ ਖਿਲਜੀ ਹੈਵਾਂ ਤੇ ਮੈਂ ਜਨਾਬ ਤੁਹਾਡੇ ਤੋਂ ਬਿਹਤਰ ਹੈਵਾਂ। ਹਾਂਜੀ ਬਲਕਿ ਅਸੀਂ ਜਿਹਨੂੰ ਬਿਹਤਰ ਸਮਝੀਏ ਉਹਨੂੰ ਆਪਣੇ ਮੁਲਕ ਦਾ ਵਜ਼ੀਰ ਆਜ਼ਮ ਬਣਾਈਏ, ਅਸੀਂ ਜਿਹਨੂੰ ਬਿਹਤਰ ਸਮਝੀਏ ਉਹਨੂੰ ਆਪਣਾ ਐਮਐਨਏ ਬਣਾਈਏ ਜੀ ਤੇ ਉਹ ਫਿਰ ਜਾ ਕੇ ਇਸ ਤਰ੍ਹਾਂ ਹਕੂਮਤ ਬਣੇ ਤੇ ਉਹ ਸਾਨੂੰ ਜਵਾਬ ਦੇ ਹੋਏ, ਜੀ ਜੀ ਅਸੀਂ ਉਸ ਤੋਂ ਗੱਲ ਪੁੱਛੀਏ ਤੇ ਉਹ ਸਾਨੂੰ ਗੱਲ ਦੱਸਣ ਵੀ ਕਿਵੇਂ ਮੁਲਕ ਚੱਲ ਰਿਹਾ। ਹਾਂਜੀ ਅੱਛਾ, ਇਹ ਜਮਹੂਰੀ ਨਿਜ਼ਾਮ ਹੁੰਦਾ। ਜੀ ਜੀ ਹੁਣ ਸਾਡੇ ਮੁਲਕ ਜ਼ਾਹਿਰ ਹੈ ਕੋਈ ਤਜਰਬਾ ਜਿਵੇਂ ਦਾ ਚੱਲਦਾ ਰਿਹਾ ਸਾਨੂੰ ਪਤਾ ਹੀ ਹੈ, ਮਤਲਬ ਵਿੱਚ ਕਦੀ ਬਗੈਰ ਪੁੱਛੇ ਦੱਸੇ ਲੋਕਾਂ ਤੋਂ ਫੌਜੀ ਹੁਕਮਰਾਨ ਵੀ ਆ ਜਾਂਦੇ ਰਹੇ ਨੇ ਜੀ, ਉਹ ਕੋਈ ਸਾਡੇ ਕੋਲ ਪੁੱਛ ਕੇ ਤਾਂ ਨਹੀਂ ਆਉਂਦੇ, ਉਹ ਤਾਂ ਬੰਦੂਕਾਂ ਲੈ ਕੇ ਆ ਜਾਂਦੇ ਨੇ ਕਿ ਜਨਾਬ ਬਸ ਅਸੀਂ ਕਬਜ਼ਾ ਕਰ ਲਿਆ। ਠੀਕ ਹੈ ਠੀਕ ਹੈ। ਇਹ ਤਾਂ ਸਿਆਸਤਦਾਨ ਨੇ ਕਿ ਜਿਹੜੇ ਮਤਲਬ ਜਿਹੜਾ ਵੀ ਵੱਡਾ ਕੋਈ ਹੋਵੇ ਫਿਊਡਲ ਵੀ ਹੋਵੇ ਹਾਂਜੀ ਤਾਂ ਉਹਨੂੰ ਸਾਡੇ ਦਰਵਾਜ਼ੇ ਤੇ ਆਣਾ ਪੈਂਦਾ ਹੈ ਕਿ ਵੋਟ ਦੀ ਭੀਖ ਮੰਗਣ ਲਈ। ਜੀ ਜੀ ਯਾਰ ਮੈਨੂੰ ਵੋਟ ਦਿਓ ਤਾਂ ਕਿ ਮੈਂ ਅਸੈਂਬਲੀ ਜਾ ਸਕਾਂ, ਤੁਸੀਂ ਮੈਨੂੰ ਪਹੁੰਚਾ ਸਕਦੇ ਹੋ। ਠੀਕ ਹਾਂਜੀ, ਇਹ ਤੇ ਜਮਹੂਰੀ ਨਿਜ਼ਾਮ ਵਿੱਚ ਹੀ ਹੈ ਨਾ ਕਿ ਵੱਡੇ ਤੋਂ ਵੱਡੇ ਬੰਦੇ ਨੂੰ ਇਹ ਗਰੀਬ ਆਦਮੀ ਦੇ ਸਾਹਮਣੇ ਝੁਕਾ ਦਿੰਦੀ ਹੈ ਕਿ ਯਾਰ ਹੁਣ ਤੇਰਾ ਵੋਟ ਅੱਜ ਮੇਰੇ ਲਈ ਕੀਮਤੀ ਹੋ ਗਿਆ, ਉਹ ਭਲੇ 5 ਸਾਲ ਵਿੱਚ ਵੀ ਇੱਕ ਵਾਰੀ ਹੋਵੇ। ਠੀਕ ਹਾਂਜੀ, ਮਤਲਬ ਕੋਈ ਇੱਕ ਵਾਰੀ ਚਲੋ ਉਹਨੂੰ ਝੁਕਣਾ ਪੈ ਜਾਏ, ਵਰਨਾ ਉਹ ਕੌਣ ਪੁੱਛਦਾ। ਨਹੀਂ ਇਹ ਗੱਲ ਹੁਣ ਤੁਸੀਂ ਮੰਨਦੇ ਹੋ 5 ਸਾਲ ਵਿੱਚ ਇੱਕੋ ਵਾਰੀ ਆਉਂਦੇ ਨੇ, ਬਾਅਦ ਵਿੱਚ ਕੋਈ ਨਹੀਂ ਪੁੱਛਦੇ? ਨਹੀਂ, ਉਹ ਵੀ ਗੱਲ ਹੈ, ਮਤਲਬ ਬੰਦੇ ਤੇ ਡਿਪੈਂਡ ਕਰਦਾ ਹੈ। ਕੁਝ ਤੇ ਉਹ ਨੇ ਜਿਹੜੇ ਸਾਰਾ ਮਤਲਬ ਇੱਥੋਂ ਜਨਾਬ ਅਸੈਂਬਲੀ ਦਾ ਇਜਲਾਸ ਖਤਮ ਹੁੰਦਾ ਹੈ ਤੇ ਜਿਹੜੇ ਭਜਦੇ ਨੇ ਨਸਦੇ ਨੇ ਆਪਣੇ ਹਲਕੇ ਨੂੰ, ਠੀਕ ਕਿ ਜਾ ਕੇ ਅਸੀਂ ਕੋਈ ਫਾਤਿਹਾ ਪੜ੍ਹ ਆਈਏ, ਕੋਈ ਕਿਸੇ ਦੀ ਸ਼ਾਦੀ ਗਮੀ ਸ਼ਾਮਿਲ ਹੋ ਆਈਏ, ਉਹ ਵੀ ਹੈ ਨੇ, ਉਹ ਵੀ ਹੈ ਨੇ। ਔਰ ਕੋਈ ਉਹ ਵੀ ਹੈ ਨੇ ਵਡੇਰੇ, ਅੱਜ ਹੁਣ ਥੋੜੇ ਹੀ ਰਹਿ ਗਏ ਨੇ ਉਂਝ ਦੇ ਲੋਕ ਜਿਹੜੇ ਮਤਲਬ ਪਰਵਾਹ ਨਹੀਂ ਕਰਦੇ ਜੀ, ਲੇਕਿਨ ਬਹਿਰਹਾਲ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਅਗਰ ਬਹੁਤ ਗਰੀਬ ਆਦਮੀ ਤੱਕ ਨਹੀਂ ਪਹੁੰਚਦੇ ਜੀ ਜੀ ਤੇ ਕੁਝ ਲੋਕਾਂ ਕੋਲੋਂ ਤਾਂ ਉਹਨਾਂ ਨੂੰ ਜਾਵਣਾ ਹੀ ਪੈਂਦਾ ਹੈ, ਆਪਣੇ ਤੋਂ ਕਮਤਰ ਲੋਕਾਂ ਕੋਲੋਂ। ਠੀਕ ਯਾਰ ਅਗਲੇ ਦਫਾ ਫਿਰ ਇਹਨਾਂ ਕੋਲੋਂ ਆਉਣਾ ਵੋਟ ਮੰਗਣ ਲਈ। ਜੀ 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 ਅੱਛਾ, ਮਤਲਬ ਇਹ ਹੈ ਜਮਹੂਰੀ ਨਿਜ਼ਾਮ। ਠੀਕ, ਲੇਕਿਨ ਸਿਰਫ ਵੋਟ ਨਾਲ ਜਮਹੂਰੀ ਨਿਜ਼ਾਮ ਜਿਹੜਾ ਨਾ ਆਪਣੀ ਸਹੀ ਰੂਹ ਵਿੱਚ ਕਾਇਮ ਨਹੀਂ ਹੁੰਦਾ। ਠੀਕ, ਅਸਲ ਇਹ ਵੀ ਹੁੰਦਾ ਹੈ ਕਿ ਯਾਰ ਅਸੀਂ ਦਰਮਿਆਨ ਵਿੱਚ ਵੀ 5 ਸਾਲ ਹੁੰਦੇ ਨੇ ਤੇ ਅਸੀਂ ਕੋਈ ਇਹਨਾਂ ਤੋਂ ਪੁੱਛ ਸਕੀਏ। ਉਹ ਇਸ ਵਜ੍ਹਾ ਤੋਂ ਤੁਹਾਡੇ ਇਲਮ ਵਿੱਚ ਹੀ ਹੈ, ਤੁਹਾਨੂੰ ਪਤਾ ਹੈ ਅਸੀਂ ਕੋਈ ਪਿਛਲੇ 10-15 ਸਾਲ 20 ਸਾਲ ਤੋਂ ਕੰਮ ਕਰ ਰਹੇ ਸੀ ਕਿ ਰਾਈਟ ਟੂ ਇਨਫੋਰਮੇਸ਼ਨ ਦਾ ਮਤਲਬ ਇੱਕ ਜਾਣਨ ਦਾ ਕਾਨੂੰਨ ਬਣਾਇਆ ਜਾਏ। ਠੀਕ ਹੈ, ਕਿ ਅਗਰ ਇੱਕ ਸ਼ਹਿਰੀ ਜਾਣਨਾ ਚਾਹਵੇ, ਕਿਸੇ ਵੀ ਮਹਿਕਮੇ ਤੋਂ ਪੁੱਛਣਾ ਚਾਹਵੇ ਕਿ ਯਾਰ ਤੁਸੀਂ ਕਿਵੇਂ ਕੰਮ ਕਰਦੇ ਹੋ, ਤੁਹਾਡਾ ਬਜਟ ਕਿੰਨਾ ਹੈ, ਤੁਹਾਡੇ ਮੁਲਾਜ਼ਮ ਕਿੰਨੇ ਨੇ, ਤੁਸੀਂ ਫਲਾਣੀ ਕੁਰਸੀਆਂ ਖਰੀਦੀਆਂ ਸਨ, ਮੇਜ਼ ਖਰੀਦਿਆ ਸੀ, ਉਹ ਫਲਾਣੀ ਬਿਲਡਿੰਗ ਬਣਾਈ ਸੀ, ਉਸ ਤੇ ਕਿੰਨਾ ਖਰਚਾ ਕੀਤਾ ਹੈ, ਜਿਹੜੀ ਕੁਰਸੀ ਅਸੀਂ ਲਈ ਹੈ ਜਨਾਬ ਘਰ ਵਾਸਤੇ ਉਹ ਤਾਂ 500 ਦੀ ਆਈ ਹੈ, ਤੁਸੀਂ ਕਿੰਨੇ ਦੀ ਲਈ ਹੈ ਜਿਹੜੀ ਦਫ਼ਤਰ ਵਾਸਤੇ ਲਈ ਹੈ। ਇਹ ਗੱਲ ਹੈ, ਅਸਲ ਗੱਲ ਇੰਜ ਹੀ ਹੈ। ਠੀਕ ਹੈ, ਇਹ ਗੱਲਾਂ ਅਸੀਂ ਪੁੱਛ ਸਕੀਏ ਬਈ, ਇਹ ਸਵਾਲ ਕਾਨੂੰਨ ਇੰਜ ਦਾ ਹੋਵੇ ਕਿ ਜਿਹਦੇ ਜ਼ਰੀਏ ਅਸੀਂ ਇਹ ਪੁੱਛ ਸਕੀਏ। ਆਖਿਰ ਹਕੂਮਤ ਕੋਲੋਂ ਜਿਹੜਾ ਪੈਸਾ ਹੈ ਉਹ ਸਾਡਾ ਹੀ ਹੈ ਨਾ ਜੀ, ਉਹ ਅਸੀਂ ਬਾਜ਼ਾਰ ਹੀ ਜੋ ਡਬਲ ਰੋਟੀ ਖਰੀਦਨੇ ਆ, ਚੀਨੀ ਖਰੀਦਨੇ ਆ, ਖੰਡ ਖਰੀਦਨੇ ਆ, ਗੁੜ ਖਰੀਦਨੇ ਆ, ਉਸ ਤੇ ਟੈਕਸ ਸਾਡਾ ਕੱਟ ਜਾਂਦਾ ਹੈ। ਉਹ ਹਾਂਜੀ, ਇਹੀ ਪੈਸਾ ਹਕੂਮਤ ਕੋਲੋਂ ਆਉਂਦਾ, ਹੁਣ ਉਹ ਪੈਸਾ ਸਾਡੇ ਤੇ ਖਰਚ ਹੋਣਾ ਚਾਹੀਦਾ ਹੈ ਨਾ। ਅਸੂਲਨ ਤੇ ਸਾਡੇ ਵਾਸਤੇ ਹਸਪਤਾਲ ਬਣਾਵਣ, ਸਾਡੇ ਵਾਸਤੇ ਕੋਈ ਪਾਣੀ ਦੀ ਸਹੂਲਤ, ਕੋਈ ਸਕੂਲ ਬਣਾਵਣ। ਹੁਣ ਅਗਰ ਉਹਦੇ ਵਿੱਚ 500 ਦੀ ਕੁਰਸੀ 2000 ਦੀ ਲੈ ਕੇ ਰੱਖ ਦੇਵਣ ਤਾਂ ਸਾਡੇ ਹੀ ਪੈਸੇ ਦਾ ਨੁਕਸਾਨ ਕੀਤਾ ਹੈ। ਸਹੀ ਹੈ, ਸਹੀ ਹੈ। ਅੱਛਾ, ਇਸ ਵਾਸਤੇ ਕਾਨੂੰਨ ਜਿਹੜਾ ਹੈ ਉਹ ਹੁਣ ਬਣ ਗਏ ਨੇ। ਪੰਜਾਬ ਇੱਕ ਅੱਛਾ ਕਾਨੂੰਨ ਜਾਣਨ ਦਾ ਮੌਜੂਦ ਹੈ, ਉਹਨੂੰ ਆਖਦੇ ਹਨ ਪੰਜਾਬ ਟ੍ਰਾਂਸਪੇਰੈਂਸੀ ਐਂਡ ਰਾਈਟ ਟੂ ਇਨਫੋਰਮੇਸ਼ਨ ਐਕਟ। ਅੱਛਾ, ਖੈਬਰ ਪਖਤੂਨਖਵਾ ਵਿੱਚ ਵੀ ਹੈ, ਫੈਡਰਲ ਲੈਵਲ ਤੇ ਵੀ ਹੈ, ਬਲੋਚਿਸਤਾਨ ਵਿੱਚ ਅਜੇ ਨਹੀਂ ਬਣਿਆ। ਅੱਛਾ, ਇਹ ਕਾਨੂੰਨ ਜਿਹੜੇ ਨੇ ਹੁਣ ਬਣਾਏ ਗਏ ਨੇ ਵੀ ਕੋਈ ਵੀ ਸ਼ਹਿਰੀ ਦਰਖਾਸਤ ਦੇਵੇ ਔਰ ਉਹ ਆਖੇ ਕਿ ਮੈਨੂੰ ਫਲਾਣੀ ਇਨਫੋਰਮੇਸ਼ਨ ਚਾਹੀਦੀ ਹੈ, ਤੁਹਾਨੂੰ ਤੁਹਾਡੇ ਫਲਾਣੇ ਡਾਕੂਮੈਂਟ ਦੀ ਕਾਪੀ ਚਾਹੀਦੀ ਹੈ, ਤੇ ਉਹ ਮਾਲੂਮਾਤ ਉਹਨੂੰ ਦਿੱਤੀਆਂ ਜਾਵਣ, ਸਿਵਾਏ ਕੁਝ ਮਾਲੂਮਾਤ ਦੇ ਜਿਹੜੀਆਂ ਦੇਵਣੀਆਂ ਨਹੀਂ ਚਾਹੀਦੀਆਂ, ਕਿਉਂਕਿ ਉਹ ਕਿਸੇ ਦੀ ਜ਼ਾਤੀ ਮਾਲੂਮਾਤ ਹੈ ਜਾਂ ਕੋਈ ਪਾਕਿਸਤਾਨ ਦੇ ਦਿਫਾ ਦਾ ਮਸਲਾ ਹੈ, ਉਹ ਨਹੀਂ ਮਿਲਣੀ ਚਾਹੀਦੀ, ਬਾਕੀ ਸਾਰੀ ਮਿਲਣੀ ਚਾਹੀਦੀ। ਸਹੀ। ਅੱਛਾ, ਉਹ ਕਾਨੂੰਨ ਖੈਰ ਹੁਣ ਉਸ ਉੱਤੇ ਕਮਿਸ਼ਨ ਵੀ ਬਣ ਗਏ, ਕੁਝ ਲੋਕ ਪੁੱਛਣਾ ਵੀ ਸ਼ੁਰੂ ਹੋ ਗਏ ਔਰ ਉਹਨਾਂ ਨੂੰ ਜਵਾਬ ਵੀ ਮਿਲਣੇ ਸ਼ੁਰੂ ਹੋ ਗਏ। ਜਵਾਬ ਨਹੀਂ ਮਿਲਦਾ ਤਾਂ ਕਮਿਸ਼ਨ ਬਣ ਗਏ, ਉਹ ਮੁੜ ਉਸ ਉੱਤੇ
ਸਜ਼ਾ ਦੇਵਣ ਦਾ ਵੀ ਅਖਤਿਆਰ ਰੱਖਦੇ ਨੇ ਅਫਸਰਾਂ ਨੂੰ। ਇਹ ਵੀ ਸਾਰੀ ਗੱਲ ਤੁਸੀਂ ਦੱਸਣੀ ਸੀ ਅੱਗੇ ਪਿਛਲੇ ਪ੍ਰੋਗਰਾਮ ਉਰਦੂ ਵਾਲਾ ਜਿਹੜਾ ਸੀ ਉਹਦੇ 'ਚ ਸਾਨੂੰ ਇਹ ਇਸ਼ੂ ਤੇ ਮੈਂ ਨਹੀਂ ਤੁਹਾਡੇ ਕੋਲ ਪੁੱਛ ਸਕਿਆ। ਇਹ ਦੱਸੋ ਵੀ ਉਹ ਕੋਈ ਉਹਦੇ ਵਾਸਤੇ ਕੋਈ ਮੁਤਸਿਬ ਹੈ ਜਾਂ ਉਹਦਾ ਕੋਈ ਜੱਜ ਹੈ ਜਾਂ ਉਹ ਕੋਈ ਅਦਾਲਤ ਕਾਇਮ ਹੋਈ ਹੈ ਜਾਂ ਕਮਿਸ਼ਨ ਹੈ, ਉਹਦੀ ਕੀ ਹੈਸੀਅਤ ਹੈ ਆਖਰ? ਉਹਦੇ ਕੋਲ ਪੰਜਾਬ ਦੇ ਕਾਨੂੰਨ ਦੇ ਤਹਿਤ ਬਣੀ ਹੈ, ਉੱਥੇ ਬਣਿਆ ਉੱਥੇ ਪੰਜਾਬ ਇਨਫੋਰਮੇਸ਼ਨ ਕਮਿਸ਼ਨ। ਅੱਛਾ। ਅਗਰ ਤੁਸੀਂ ਪੰਜਾਬ ਦੇ ਕਿਸੇ ਮਹਿਕਮੇ ਤੋਂ ਮਾਲੂਮਾਤ ਮੰਗੀਆਂ ਉਹਨੂੰ ਜਵਾਬ ਨਹੀਂ ਦਿੱਤਾ ਤਾਂ ਤੁਸੀਂ ਉਹਦੀ ਸ਼ਿਕਾਇਤ ਜਾ ਕੇ ਪੰਜਾਬ ਇਨਫੋਰਮੇਸ਼ਨ ਕਮਿਸ਼ਨ ਨੂੰ ਕਰ ਸਕਦੇ ਹੋ। ਠੀਕ ਹੈ। ਅੱਛਾ, ਫੈਡਰਲ ਲੈਵਲ ਤੇ ਅਗਰ ਤੁਸੀਂ ਕਿਸੇ ਮਰਕਜ਼ੀ ਹੁਕੂਮਤ ਦੇ ਮਹਿਕਮੇ ਤੋਂ ਮਾਲੂਮਾਤ ਮੰਗੀਆਂ ਮਸਲਨ ਰੇਲਵੇ ਤੋਂ, ਵਾਪਡਾ ਤੋਂ, ਫਾਰਨ ਆਫਿਸ ਤੋਂ, ਮਿਨਿਸਟਰੀ ਆਫ ਇੰਟੀਰੀਅਰ ਤੋਂ, ਠੀਕ ਹੈ, ਤਾਂ ਉਹਦੀ ਸ਼ਿਕਾਇਤ ਤੁਸੀਂ ਪਾਕਿਸਤਾਨ ਇਨਫੋਰਮੇਸ਼ਨ ਕਮਿਸ਼ਨ ਤੋਂ ਕਰ ਸਕਦੇ ਹੋ। ਅੱਛਾ। ਉਹਨਾਂ ਦਾ ਦਫ਼ਤਰ ਇੱਥੇ F8 ਚ ਹੀ ਹੈ ਇਸਲਾਮਾਬਾਦ ਚ। ਉਹ ਹੁਣ ਹੀ ਬਣਿਆ ਮੇਰੇ ਤੋਂ ਮੇਰੇ ਖਿਆਲ ਬਾਅਦ ਕੋਈ ਬਣਿਆ ਮਤਲਬ 1.5-2 ਸਾਲ ਹੋ ਗਏ। ਠੀਕ ਹੈ, ਠੀਕ ਹੈ। ਅੱਛਾ, ਹੁਣ ਅਗਰ ਉਹ ਮਹਿਕਮੇ ਜਵਾਬ ਨਹੀਂ ਦਿੱਤਾ ਤੇ ਜਾਂ ਉਹਨਾਂ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਜ਼ਿੱਦ ਤੇ ਕਾਇਮ ਹੈ ਤੇ ਇਹਨਾਂ ਕਮਿਸ਼ਨ ਨੂੰ ਅਖਤਿਆਰ ਹੈ ਕਿ ਉਹਨਾਂ ਨੂੰ ਸਜ਼ਾ ਵੀ ਦੇ ਸਕਣ। ਅੱਛਾ, ਸਜ਼ਾ ਦੀ ਨੋਇਅਤ ਮਤਲਬ ਕੁਝ ਯਾਨੀ ਉਹਨੂੰ ਡਿਮੋਟ ਕਰਨਾ ਜਾਂ ਉਹਦੀ ਸਰਵਿਸ ਦੀ ਹੱਦ ਤੱਕ, ਜਾਂ ਜਿਵੇਂ ਆਮ ਜੱਜ ਸਜ਼ਾ ਦਿੰਦੇ ਨੇ ਕੋਈ ਬੰਦਸ਼ਨ ਲੈਣਾ ਜਾਂ ਨਹੀਂ? ਉਹ ਮਤਲਬ ਚੂੰਕਿ ਸਿਵਲ ਨੋਇਅਤ ਦਾ ਜੁਰਮ ਹੁੰਦਾ ਹੈ, ਉਹਦੀ ਸਜ਼ਾ ਮੁੜ ਜੁਰਮਾਨੇ ਹਨ। ਪੰਜਾਬ ਵਿੱਚ ਤਾਂ ਇਹ ਹੈ ਕਿ ਜਨਾਬ ਅਗਰ ਤੁਸੀਂ ਇੱਕ ਦਿਨ ਦਾ ਡਿਲੇ ਕੀਤਾ ਤਾਂ 14 ਦਿਨ ਦਾ ਜਵਾਬ ਦੇਣਾ ਚਾਹੀਦਾ ਮਹਿਕਮੇ ਨੂੰ। ਠੀਕ ਹੈ। ਲੇਕਿਨ ਅਗਰ ਮਹਿਕਮੇ 14 ਦਿਨ ਦਾ ਜਵਾਬ ਨਹੀਂ ਦਿੱਤਾ ਔਰ ਉਹਦੇ 5 ਦਿਨ ਹੋਰ ਹੋ ਗਏ, ਹਾਂਜੀ, ਕਮਿਸ਼ਨ ਨੂੰ ਅਖਤਿਆਰ ਹੈ ਉਹਨਾਂ 5 ਦਿਨਾਂ ਦਾ ਉਹਦੇ ਉੱਤੇ ਜੁਰਮਾਨਾ ਕਰ ਦੇਵੇ, ਉਹਦੀ 5 ਦਿਨਾਂ ਦੀ ਤਨਖਾਹ ਤੋਂ ਡਬਲ। ਅੱਛਾ, ਉਸ ਅਫਸਰ ਨੂੰ ਜਿਸ ਇਨਫੋਰਮੇਸ਼ਨ ਰੋਕ ਕੇ ਰੱਖੀ ਹੈ, ਜਿਸ ਰੋਕ ਕੇ ਰੱਖੀਏ, ਪੰਜਾਬ ਵਿੱਚ ਇਹ ਕਾਨੂੰਨ ਹੈ। ਪੰਜਾਬ ਵਿੱਚ ਇਹ ਤੇ ਇਸੇ ਤਰ੍ਹਾਂ ਬਾਕੀ ਕਵਾਨੀਨ ਵਿੱਚ ਵੀ ਇਸੇ ਤਰ੍ਹਾਂ ਦੇ ਜੁਰਮਾਨੇ ਹਨ, ਸਜ਼ਾ ਹੈ। ਅੱਛਾ ਅੱਛਾ ਅੱਛਾ। ਹੁਣ ਪਿੱਛੇ ਹੋਇਆ ਇਹ ਹੈ ਕਿ ਜਨਾਬ ਉਹ ਮੈਂ ਹੀ ਇਨਫੋਰਮੇਸ਼ਨ ਮੰਗੀ ਸੀ ਸੈਨੇਟ ਦੇ ਸੈਕਟਰੀ ਤੋਂ। ਇਹ ਤੇ ਮੈਨੂੰ ਥੋੜਾ ਜਿਹਾ ਹਾਸਾ ਆ ਗਿਆ, ਬਸ ਤੁਸੀਂ ਹੋ ਕਿ ਚਨਿਓਟ ਦੇ ਤਹਿਸੀਲਦਾਰ ਕੋਲ ਮੰਗਦੇ ਹੋ, ਤੁਹਾਨੂੰ ਲੋੜ ਕੀ ਹੈ ਮਤਲਬ ਕਿ ਜਾ ਕੇ ਸੈਨੇਟ ਨੂੰ ਸਿੱਧੀ ਜਾ ਕੇ ਤੀਲੀ ਲਾਉਣ ਦੀ? ਬਸ ਉਹ ਮੋੜੇ ਰਵਈਏ ਹੈ ਨਾ ਬਈ ਅਸਾਂ ਤਾਂ ਬੜੇ ਵੱਡੇ ਅਫਸਰ ਹੈ ਤੇ ਅਸਾਂ ਜਨਾਬ ਸੈਨੇਟ ਆਫ ਪਾਕਿਸਤਾਨ ਐਡਾ ਵੱਡਾ ਇਦਾਰਾ ਹੈ। ਹਾਂਜੀ ਬਈ ਬਿਲਕੁਲ ਤੁਸੀਂ ਐਡਾ ਵੱਡਾ ਇਦਾਰਾ ਹੋ, ਲੇਕਿਨ ਤੁਹਾਡੀ ਅਜ਼ਮਤ, ਤੁਹਾਡਾ ਬੜਾਈ ਉਹ ਇਸ ਵਜ੍ਹਾ ਤੋਂ ਹੈ ਨਾ ਕਿ ਲੋਕਾਂ ਤੁਹਾਨੂੰ ਵੋਟ ਦੇ ਕੇ ਉੱਥੇ ਪਹੁੰਚਾਇਆ। ਠੀਕ। ਅਸਲ ਬੜਾਈ ਤਾਂ ਲੋਕਾਂ ਦੀ ਹੈ ਨਾ। ਹਾਂਜੀ ਹਾਂਜੀ। ਅਸਲ ਅਖਤਿਆਰ ਲੋਕਾਂ ਦਾ ਹੈ, ਅਸਲ ਵਕਾਰ ਔਰ ਅਸਲ ਇੱਜ਼ਤ ਲੋਕਾਂ ਦੀ ਹੈ। ਗੱਲ ਇੰਜੀ ਉਹਨਾਂ ਤੁਹਾਨੂੰ ਬਣਾ ਕੇ ਸੈਨੇਟਰ ਜਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਾਂ MNA ਬਣਾ ਕੇ ਤੁਹਾਨੂੰ ਉਸ ਆਵਾਜ਼ ਵਿੱਚ ਪਹੁੰਚਾ ਦਿੱਤਾ। ਠੀਕ। ਤੇ ਉਹ ਜਿਹਨਾਂ ਤੁਹਾਨੂੰ ਉੱਥੇ ਪਹੁੰਚਾਇਆ, ਅਸਲ ਵਕਾਰ ਸਭ ਤੋਂ ਜ਼ਿਆਦਾ ਵਕਾਰ ਤਾਂ ਉਹਨਾਂ ਦਾ ਹੈ ਨਾ। ਅਸੂਲ ਤੇ ਹੀ ਹੈ, ਅਸੂਲ ਤੇ ਹੀ ਹੈ। ਤੁਹਾਡਾ ਤੁਸੀਂ ਤਾਂ ਉਹਨਾਂ ਦੇ ਨੁਮਾਇੰਦੇ ਹੋ। ਹਾਂਜੀ। ਲੇਕਿਨ ਉਹ ਬਾਜ਼ ਗਾਤ ਮੋੜੇ ਇਸ ਤਰ੍ਹਾਂ ਲੋਕ ਸੋਚਦੇ ਹਨ ਜਿਸ ਵੇਲੇ ਆਵਾਜ਼ਾਂ 'ਚ ਪਹੁੰਚ ਜਾਂਦੇ ਨੇ ਕਿ ਹੁਣ ਸਾਡੇ ਤੋਂ ਇਹ ਕਿਵੇਂ ਆਮ ਆਦਮੀ ਸਵਾਲ ਪੁੱਛੇ। ਸਹੀ ਹੈ। ਤੇ ਉਹ ਜਦੋਂ ਮੈਂ ਪੁੱਛਿਆ ਉਹਨਾਂ ਤੋਂ ਬਈ ਤੁਹਾਡਾ ਸਟਾਫ ਕਿਤਨਾ ਹੈ ਤੇ ਉਸ ਵਿੱਚ ਕਿਤਨੇ ਮਰਦ ਔਰਤਾਂ, ਕੰਟਰੈਕਟ ਦਾ ਸਟਾਫ ਕਿਤਨਾ ਹੈ ਤੇ ਡੇਲੀ ਵੇਜਰ ਸਟਾਫ ਕਿਤਨਾ ਹੈ, ਇਹ ਕੋਈ ਐਡੀ ਮਤਲਬ ਕੋਈ ਉਹ ਵੀ ਮਾਲੂਮਾਤ ਨਹੀਂ ਹੈ ਕਿ ਮੈਂ ਕੋਈ ਉਹਨਾਂ ਦੇ ਇਹ ਪੁੱਛ ਲਿਆ ਹੋਵੇ ਜਨਾਬ। ਕੋਈ ਹੋਰ ਵੀ ਬਹੁਤ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨਾ। ਠੀਕ ਹੈ। ਲੇਕਿਨ ਉਹਨਾਂ ਨੂੰ ਇਹ ਵੀ ਨਹੀਂ ਹੋਇਆ ਹਜ਼ਮ ਆਖਿਆ ਜੀ ਨਹੀਂ ਅਸਾਂ ਤਾਂ ਇਹਦਾ ਕੋਈ ਜਵਾਬ ਨਹੀਂ ਦੇਵਣਾ। ਠੀਕ। ਬਲਕਿ ਇਸ ਹੱਦ ਤੱਕ ਕਿ ਚੇਅਰਮੈਨ ਸਾਹਿਬ ਨੇ ਉਸ ਉੱਤੇ ਰੂਲਿੰਗ ਪਾਸ ਕੀਤੀ ਕਿ ਜਨਾਬ ਨਹੀਂ ਇਸ ਕਾਨੂੰਨ ਦਾ ਇਤਲਾਕ ਸਾਡੇ ਤੇ ਨਹੀਂ ਹੁੰਦਾ, ਜਿਹੜੀ ਕਿ ਗੈਰ ਕਾਨੂੰਨੀ ਗੱਲ ਸੀ, ਇਸ ਤਰ੍ਹਾਂ ਦੀ ਰੂਲਿੰਗ ਪਾਸ ਕਰਨੀ ਬਣਦੀ ਨਹੀਂ ਸੀ। ਠੀਕ ਹੈ। ਅੱਛਾ, ਹੁਣ ਬਹਿਰਹਾਲ ਉਹ ਤਾਂ ਚੱਲ ਹੀ ਰਿਹਾ ਸੀ, ਉਹ ਕਮਿਸ਼ਨ ਜ਼ਾਹਿਰ ਅਸੀਂ ਉਸ ਸ਼ਿਕਾਇਤ ਹੈ ਜੋ ਉਹਦੇ ਕੋਲ ਗਏ ਹੋਏ ਸੀ। ਜੀ ਜੀ। ਹੁਣ ਪਿੱਛੇ ਜਨਾਬ ਕੋਈ 5 ਸੈਨੇਟਰਸ ਨੇ ਮਿਲ ਕੇ, ਜਿਨ੍ਹਾਂ ਦੇ ਵਿੱਚ ਇੱਕ PTI ਦੇ ਵੀ ਨੇ, ਵਲੀਦ ਇਕਬਾਲ ਸਾਹਿਬ ਜਿਹੜੇ ਅਲਾਮਾ ਇਕਬਾਲ ਦੇ ਪੋਤੇ ਵੀ ਨੇ। ਅੱਛਾ। ਉਹਨਾਂ ਮਿਲ ਕੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਮੂਵ ਕੀਤਾ। ਅੱਛਾ। ਕਿ ਜਨਾਬ ਕਾਨੂੰਨ ਨੂੰ ਬਦਲਿਆ ਜਾਵੇ ਕਿ ਇਸ ਕਾਨੂੰਨ ਦਾ ਇਤਲਾਕ ਜਿਹੜਾ ਨਾ ਉਹ ਨੈਸ਼ਨਲ ਅਸੈਂਬਲੀ ਤੇ ਸੈਨੇਟ ਤੇ ਨਹੀਂ ਹੋਏਗਾ। ਵਾਹ। ਠੀਕ ਹੈ। ਹੁਣ ਸਾਨੂੰ ਉਸ ਉੱਤੇ ਜ਼ਾਹਿਰ ਇਤਰਾਜ਼ ਹੈ, ਕਿਸੇ ਵੀ ਬੰਦੇ ਨੂੰ ਹੋਣਾ ਚਾਹੀਦਾ ਹੈ ਕਿ ਜਨਾਬ ਅਗਰ ਇਹ ਕਾਨੂੰਨ ਵਾਪਡਾ ਵਾਸਤੇ ਅੱਛਾ ਹੈ, ਵਜ਼ੀਰ ਆਜ਼ਮ ਵਾਸਤੇ ਵੀ ਅੱਛਾ ਹੈ, ਹਾਊਸ ਵਾਸਤੇ ਵੀ, ਸਦਰ ਦਾ ਐਵਾਨ ਸਦਰ ਤੇ ਵੀ ਇਹਦਾ ਇਤਲਾਕ ਹੋਣਾ ਹੈ, ਤੇ ਇਹ ਪਾਰਲੀਮੈਂਟ ਤੇ ਇਹਦਾ ਇਤਲਾਕ ਕਿਉਂ ਨਾ ਹੋਵੇ ਜੀ? ਮਤਲਬ ਚੋਰ ਦੀ ਮਾਂ ਨੂੰ ਨਹੀਂ ਪੁੱਛ ਸਕਦੇ ਤੇ ਚੋਰਾਂ ਨੂੰ ਪੁੱਛ ਲੈਂਦੇ ਹੋ? ਮਤਲਬ ਤੁਸੀਂ ਮਤਲਬ ਸਭ ਤੋਂ ਆਖਦੇ ਹੋ ਵੀ ਤੁਸੀਂ ਮੁਕਤਦਰ ਇਦਾਰਾ ਹੋ, ਤੁਸੀਂ ਜਨਾਬ ਸੋਵਰਨ ਹੈ ਪਾਰਲੀਮੈਂਟ, ਲੇਕਿਨ ਤੁਸੀਂ ਤਾਂ ਆਵਾਮ ਦੇ ਨੁਮਾਇੰਦੇ ਹੋ। ਅਸੂਲੀ ਤਾਂ ਗੱਲ ਹੈ ਜੀ। ਹਾਂਜੀ। ਤੁਹਾਨੂੰ ਤਾਂ ਸਭ ਤੋਂ ਜ਼ਿਆਦਾ ਆਵਾਮ ਨੂੰ ਜਵਾਬਦੇਹ ਹੋਣਾ ਚਾਹੀਦਾ। ਠੀਕ। ਲੇਕਿਨ ਨਹੀਂ ਜੀ, ਇਹਦਾ ਸਾਡੇ ਉੱਤੇ ਇਤਲਾਕ ਨਾ। ਹੁਣ ਮੈਨੂੰ ਲਾਜਿਕ ਨਹੀਂ ਸਮਝ ਆਈ, ਚੰਗੇ ਭਲੇ ਪੜ੍ਹੇ ਲਿਖੇ ਸੈਨੇਟਰ ਨੇ,
ਔਰ ਮਤਲਬ ਆਵਾਮ ਦੇ ਸਵਾਲਾਂ ਦੇ ਜਵਾਬ ਦੇਵਣ ਤੂੰ ਕਿਉਂ ਕੰਨੀ ਕੁਤਰਾ ਰਹੇ ਹੋ? ਮੁਖਤਾਰ ਸਾਹਿਬ, ਜੇ ਦਿਲ 'ਚ ਅੰਦਰ ਕਾਣ ਕੋਈ ਨਾ ਹੋਵੇ ਤੇ ਬੰਦਾ ਸਿੱਧੀ ਗੱਲ ਕਰ ਵੀ ਲੈਂਦਾ। ਤੁਹਾਡੇ ਕੋਲ ਇੱਥੇ ਕਈ ਵਾਰੀ ਉੱਥੇ CPDI ਜਾ ਕੇ ਤੇ ਵੰਸਵੰਨੀਆਂ ਉੱਥੇ ਬਹਿਸਾਂ ਛੇੜ ਲਈਆਂ ਸਨ। ਉਹਦੀ ਵਜ੍ਹਾ ਇਹ ਕਿ ਉਹ ਮਤਲਬ ਕਿ ਬੰਦੇ ਨੂੰ ਪਤਾ ਹੁੰਦਾ ਨਾ ਵੀ ਮੈਂ ਕੀ ਕੀਤਾ। ਅਸਲ ਗੱਲ ਇਹ ਮੇਰੇ ਖਿਆਲ ਹੈ ਕੋਈ ਐਡੇ ਬੋਲੇ ਤਾਂ ਨਹੀਂ ਹੈ ਨੇ ਨਾ, ਸਾਰੇ ਸੀਨੀਅਰ ਲੋਕ ਨੇ ਜੀ ਜੀ, ਉਹ ਇਹੀ ਉਮਰ ਹੈ ਕਿ ਜਨਾਬ ਅੱਜ ਇਹ ਸਵਾਲ ਪੁੱਛੇ ਨੇ ਕੱਲ ਹੋਰ ਪੁੱਛਣਗੇ। ਹਾਂਜੀ, ਤੇ ਜਨਾਬ ਫਿਰ ਤੇ ਉਹ ਫਲਾਣੀ ਗੱਲ ਵੀ ਤੇ ਫਲਾਣੀ ਗੱਲ ਵੀ ਉਹ ਮੁੜ ਨੇ ਜਾਂਦੀਆਂ ਹੋਣੀਆਂ ਨੇ। ਇੱਕ ਬੰਦਾ ਸਾਫ ਸੁਥਰਾ ਬੰਦਾ ਹੋਵੇ ਤੇ ਉਹਨੂੰ ਕਿਸ ਚੀਜ਼ ਦਾ ਡਰ ਹੁੰਦਾ? ਉਹ ਮੁੰਨੂ ਭਾਈ ਨੇ ਆਖਿਆ ਨਾ ਕਿ 20 ਕਨਾਲ ਦੀ ਕੋਠੀ ਦੇ ਵਿੱਚ 40 ਕੁੱਤੇ 5 ਪਜੈਰੋ 10 ਕਨੀਜ਼ਾਂ ਕਿੱਥੋਂ ਆਈਆਂ? ਹਾਂਜੀ, ਬਸ ਇੰਜ ਦੇ ਸਵਾਲ ਜਿਹੜਾ ਨਾ ਉਹ ਅਸਲ ਗੱਲ ਇਹ ਕਿ ਜਿਵੇਂ ਮੁੰਨੂ ਭਾਈ ਸਾਹਿਬ ਨੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਪੁੱਛਣੇ ਬੜੇ ਜ਼ਰੂਰੀ ਨੇ। ਵੈਸੇ ਇਹ ਅਸਲ ਹੁਣ ਮੇਰੇ ਹੱਥ 'ਚ ਸਿਰਾ ਆਇਆ ਗੱਲ ਦਾ ਕਿ ਜੋ ਇੰਡੀਵਿਜੂਅਲੀ ਉਰਦੂ ਵਿੱਚ ਹਬੀਬ ਜਾਲਬ ਪੁੱਛਦੇ ਰਹੇ ਨੇ ਜਾਂ ਪੰਜਾਬੀ 'ਚ ਮੁੰਨੂ ਭਾਈ ਪੁੱਛਦੇ ਫੌਤ ਹੋ ਗਏ ਨੇ, ਉਹ ਗੱਲ ਆਰਗੇਨਾਈਜ਼ਡ ਵੇ ਨਾਲ ਪੁੱਛਣ ਵਾਸਤੇ ਰਾਈਟ ਟੂ ਇਨਫੋਰਮੇਸ਼ਨ ਨੇ। ਮਤਲਬ ਉਹਨੂੰ ਉਹਦੀ ਕਾਨੂੰਨੀ ਸ਼ਕਲ ਜਿਹੜੀ ਹੈ ਬਈ ਜਿਹੜਾ ਪੁੱਛਣ ਦਾ ਹੱਕ ਹੈ, ਇਸਤਹਿਕਾਕ ਹੈ ਨਾ। ਇੱਕ ਪਾਸੇ ਤਾਂ ਗੁਰਬਤ ਹੈ, ਇੱਕ ਪਾਸੇ ਤਾਂ ਬੱਚੇ ਸਕੂਲ ਵਿੱਚ ਨਹੀਂ ਪਹੁੰਚ ਰਹੇ, ਦੂਸਰੇ ਪਾਸੇ ਬਈ ਤੁਹਾਡੇ ਉੱਪਰ ਪੈਸਾ ਖਰਚ ਬਈ ਕਿੱਥੇ ਕਰ ਰਹੇ ਹੋ, ਸਾਨੂੰ ਇਹ ਤਾਂ ਦੱਸੋ। ਠੀਕ ਠੀਕ, ਮਤਲਬ ਕੱਲ ਅਸੀਂ ਪੁੱਛ ਸਕਦੇ ਹਾਂ ਨਾ, ਮਤਲਬ ਅੱਜ ਅਸੀਂ ਸਵਾਲ ਪੁੱਛਿਆ ਕਿ ਤੁਹਾਡੇ ਮੁਲਾਜ਼ਮ ਕਿਤਨੇ ਨੇ, ਕੱਲ ਇਹ ਵੀ ਤਾਂ ਪੁੱਛ ਸਕਦੇ ਹਾਂ ਨਾ ਤੁਹਾਡੇ ਕੋਲ ਗੱਡੀਆਂ ਕਿਤਨੀਆਂ ਨੇ ਤੇ ਕਿਹੜੇ ਕਿਹੜੇ ਮਾਡਲ ਦੀਆਂ ਨੇ। ਸਹੀ ਹੈ, ਬਿਲਕੁਲ। ਪੁੱਛਣਾ ਚਾਹੀਦਾ ਹੈ ਅੱਜ ਦੀ ਖਬਰ ਹੈ ਨਾ, ਸਕੂਲ ਦੇ ਵਿੱਚ ਬੱਚੇ ਟਾਟ ਤੇ ਬੈਠੇ ਨੇ। ਜੀ ਹਾਂ, ਉਹ ਅਰਜ਼ ਕੀਤੇ ਕਿ ਅੱਜ ਤੁਹਾਡੇ ਜਿਹੜਾ ਹੈ ਉਹ ਤੁਸੀਂ ਕਿਸ ਤਰ੍ਹਾਂ ਦੇ ਕਰ ਰਹੇ ਹੋ ਆਪਣੇ ਖਰਚੇ। ਜੀ ਹਾਂ, ਜਦੋਂ ਅਸੀਂ ਆਮ ਲੋਕ ਇਹ ਸਵਾਲ ਪੁੱਛਣੇ ਸ਼ੁਰੂ ਕਰਾਂਗੇ, ਜੀ ਹਾਂ, ਤਦੇ ਜਿਹੜਾ ਨਾ ਸਾਡੇ ਇੱਕ ਜਿਹੜਾ ਜਿਹਨੂੰ ਅਸੀਂ ਜਵਾਬਦੇਹੀ ਦਾ ਨਿਜ਼ਾਮ ਆਖਦੇ ਆ ਨਾ, ਹਾਂਜੀ, ਅਸੀਂ ਉਹ ਤਦੋਂ ਉਹ ਹੀ ਨਿਜ਼ਾਮ ਕਾਇਮ ਹੋਏਗਾ, ਤਦੋਂ ਹੀ ਇਸ ਹਕੂਮਤ ਵਿੱਚ ਬਿਹਤਰੀ ਆਏਗੀ, ਤਦੋਂ ਹੀ ਸਾਡਾ ਇੱਕ ਰਿਸ਼ਤਾ ਹਕੂਮਤ ਨਾਲ ਬਣੇਗਾ ਕਿ ਜਨਾਬ ਅਸੀਂ ਤੁਹਾਡੇ ਕੋਲੋਂ ਪੁੱਛ ਸਕਦੇ ਹਾਂ, ਤੁਸੀਂ ਸਾਡਾ ਜਵਾਬ ਦੇਣਾ। ਦੇਖੋ ਨਾ, ਜਦੋਂ ਇਹ ਤਾਲੁਕ ਹੋਵੇ ਭੱਟੀ ਸਾਹਿਬ ਕਿ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਾਂ, ਤੁਸੀਂ ਮੈਨੂੰ ਉਸ ਦਾ ਜਵਾਬ ਦਿਓ ਤੇ ਜਵਾਬ ਵੀ ਮੈਨੂੰ ਇੰਜ ਦਿਓ ਕਿ ਮੇਰੀ ਤਸੱਲੀ ਹੋ ਜਾਏ, ਤੇ ਇਹਦਾ ਮਤਲਬ ਹੈ ਕਿ ਮੇਰਾ ਔਰ ਤੁਹਾਡਾ ਇੱਕ ਮਜ਼ਬੂਤ ਤਾਲੁਕ ਹੈ। ਠੀਕ ਹੈ, ਦੁਰਸਤ ਹੈ। ਅੱਛਾ, ਪਾਕਿਸਤਾਨ ਦੇ ਸ਼ਹਿਰੀ ਦਾ ਵੀ ਰਿਆਸਤ ਨਾਲ ਤਾਲੁਕ ਉਦੋਂ ਹੀ ਬਣੇਗਾ ਜਦੋਂ ਉਹ ਆਪਣੀ ਰਿਆਸਤ ਦੇ ਕਿਸੇ ਇਦਾਰੇ ਤੋਂ ਸਵਾਲ ਪੁੱਛੇ, ਠੀਕ, ਤੇ ਉਸ ਦੀ ਰਿਆਸਤ ਦਾ ਇਦਾਰਾ ਉਹਨੂੰ ਇੰਜ ਜਵਾਬ ਦੇ ਕਿ ਉਹਦੀ ਤਸੱਲੀ ਹੋ ਜਾਏ। ਤੇ ਤੁਸੀਂ ਵੇਖੋ ਨਾ, ਇੱਕ ਆਈਡੀਅਲ ਨਿਜ਼ਾਮ ਹੈ ਕਿ ਜਨਾਬ ਇੱਕ ਸ਼ਹਿਰੀ ਆਪਣੀ ਰਿਆਸਤ ਤੋਂ ਪੁੱਛ ਸਕਦਾ ਹੈ, ਉਹ ਉਸ ਨੂੰ ਇੰਜ ਜਵਾਬ ਦਿੰਦੀ ਹੈ ਕਿ ਉਹਦੀ ਤਸੱਲੀ ਹੋ ਜਾਂਦੀ ਹੈ। ਮੈਂ ਤੇ ਇਹਦਾ ਜ਼ਾਤੀ ਤੌਰ ਤੇ ਹਾਲੀ ਜਿਸ ਟਾਈਮ ਸਿਰਫ ਪੰਜਾਬ ਵਿੱਚ ਸੀ, ਉਸ ਟਾਈਮ ਹਾਲੀ ਫੈਡਰਲ ਵਿੱਚ ਕੋਈ ਨਹੀਂ ਸੀ, ਤੇ ਸਾਡੇ ਸ਼ਹਿਰ ਦੀਆਂ ਨਾ ਰੱਬੇ ਦੀਆਂ ਸੜਕਾਂ ਟੁੱਟੀਆਂ ਸਨ, ਤੇ ਮੈਂ ਉਹਨਾਂ ਕੋਲ ਲਗਾ ਗਿਆ। ਮੈਂ ਕਿਹਾ ਜੀ ਮੈਂ 15 ਰੁਪਈਆਂ ਦੀ, ਉਦੋਂ 15 ਕਿ 25 ਰੁਪਏ ਫੀਸ ਹੁੰਦੀ ਸੀ, ਮੈਂ ਕਿਹਾ ਜੀ ਹੁਣ ਜਾਂ ਇੱਕ ਤੇ ਕਰੋ ਜਾਂ ਤੇ ਆਹ ਸੜਕ ਸਾਡੀ ਸਿੱਧੀ ਕਰ ਦਿਓ, ਤੇ ਜਾਂ ਫਿਰ ਮੈਂ ਇੱਕ ਦਰਖਾਸਤ ਤੋਂ ਵਾਰਿਸ ਸ਼ਾਹ ਆਖਿਆ ਨਾ ਗੋਰਖਨਾਥ ਖੱਤਰੀ ਕੋਲ ਗਿਆ, ਆਪਣਾ ਰਾਂਝਾ, ਤੇ ਉਸ ਜਾ ਕੇ ਆਖਿਆ ਵੀ ਮੈਂ ਜੋਗ ਲੈਣ ਆਇਆ, ਕਿ ਜੋਗ ਕੀ ਕਰਨੀ ਆ, ਉਸ ਆਖਿਆ ਜੀ ਮੈਨੂੰ ਵੀ ਜੋਗੀ ਬਣਾ ਦੇ। ਉਹ 2 4 5 ਦੇ ਉਹਦੀ ਖਿਦਮਤ ਕਰਦਾ ਰਿਹਾ, ਤੇ ਅਖੀਰ ਆਂਦਾ ਜੀ ਮੈਨੂੰ ਹੁਣ ਮੈਂ ਹੈਗਾ ਵੀ ਕੰਮ ਹੈ, ਮੈਨੂੰ ਕਿਤੇ ਮੈਂ ਜਾਣਾ, ਮੈਨੂੰ ਜੋਗ ਦੇ। ਉਹਨਾਂ ਆਖਿਆ ਇੱਥੇ ਬੰਦਿਆਂ ਨੂੰ 10-10 ਸਾਲ ਹੋ ਗਏ ਨੇ ਖੱਜਲ ਹੁੰਦਿਆਂ, ਤੈਨੂੰ ਮੈਂ ਹਫ਼ਤੇ 'ਚ ਜੋਗ ਕਿਵੇਂ ਦੇ ਦਿਆਂ। ਉੱਥੇ ਉਹ ਵਾਰਿਸ ਆਂਦਾ ਕਿ ਜੀਨ ਜੋਗੀਆ ਯਾਰ ਨੂੰ ਮਿਲਣ ਕਾਰਨ ਕੋਈ 10 ਸਵਲੜਾ ਰਾਹ ਨਾ ਥਾ। ਉਹ ਨਾਥ ਗੋਰਖਨਾਥ ਉਹਦਾ ਨਾਂ ਸੀ ਨਾ ਉਸ ਗੁਰੂ ਦਾ। ਤੇ ਪੱਲਿਓ ਤੇਰਿਓ ਉਸ ਆਖਿਆ ਕੁਝ ਨਹੀਂ ਖਰਚ ਹੋਣਾ, ਜੋੜੀ ਮੁੰਦਰਾ ਤੇ ਚੁਟਕਾ ਸਵਾ ਨਾ ਥਾ। ਮਤਲਬ ਇੱਕ ਜੋੜੀ ਤੂੰ ਉਸ ਆਖਿਆ ਮੈਨੂੰ ਮੁੰਦਰਾ ਪਾਣੀਆਂ ਨੇ ਕੰਨਾਂ 'ਚ ਤੇ ਮੇਰੇ ਇੱਕ ਚੁਟਕੀ ਸਵਾਹ ਹੈ ਉਹ ਮੇਰੇ ਮੱਥੇ ਤੇ ਮਲਣੀ, ਹੋਰ ਤੂੰ ਮੈਨੂੰ ਕੀ ਦੇਣਾ। ਤੇ ਉਹੀ ਗੱਲ ਇਹ ਵੇ ਕਿ 25 ਰੁਪਏ ਫੀਸ ਤੇ ਨਾਲ ਸ਼ਨਾਖਤੀ ਕਾਰਡ ਦੀ ਕਾਪੀ, ਲੇਕਿਨ ਅਗਰ ਇਹ ਰਾਈਟ ਜਿਹੜਾ ਹੈ, ਇਹ ਹੱਕ ਜਿਹੜਾ ਹੈ, ਇਹਦੀ ਕਾਨੂੰਨੀ ਔਰ ਆਈਨੀ ਹੈਸੀਅਤ ਕਾਇਮ ਰਵੇ, ਤੇ ਕਮ ਅਜ਼ ਕਮ ਬੰਦਾ ਜਾ ਕੇ ਕਿਸੇ ਦੇ ਮੱਥੇ ਲੱਗਣ ਵਾਲਾ ਤਾਂ ਹੁੰਦਾ ਕਿ ਭਾਈ ਆ ਸਾਡੀ ਸੜਕ ਨਹੀਂ ਵੀ ਬਣਦੀ, ਸਾਨੂੰ ਚਲੋ ਬਜਟ ਹੀ ਦੱਸੋ ਤੁਹਾਡੀ ਕਮੇਟੀ ਦਾ ਕਿੰਨਾ ਸੀ। ਹਾਂ ਜੀ ਬਿਲਕੁਲ, ਇਹ ਸਾਡੀ ਸੜਕ ਬਣਾਈ ਜੇ ਤੇ ਪਤਾ ਤਾਂ ਲੱਗੇ ਕਿਵੇਂ ਬਣਾਈ ਜੇ, ਬਈ ਤੁਸੀਂ ਫਲਾਣੀ ਚੀਜ਼ ਦੇ ਪੈਸੇ ਲਏ ਹੋਏ ਨੇ, ਥੱਲੇ ਇਤਨਾ ਪੱਥਰ ਮੋਟਾ ਪੈਣਾ ਹੈ, ਉਸ ਉੱਤੇ ਇਤਨਾ ਪੱਥਰ ਪੈਣਾ ਹੈ, ਫਿਰ ਇਤਨੀ ਬਜਰੀ ਪੈਣੀ ਹੈ, ਉਤਨੀ ਪਾਈ ਜੇ, ਇਹ 8 ਫੁੱਟ ਮੋਟੀ ਹੋਣੀ ਹੈ, ਕੰਟਰੈਕਟ ਦੇ ਚੌੜੀ ਹੋਣੀ ਹੈ, ਤੁਸੀਂ
7.5 ਫੁੱਟ ਕਿਉਂ ਬਣਾਈ ਹੈ, ਇਹ ਅਸੀਂ ਤਾਂ ਹੀ ਪੁੱਛ ਸਕਦੇ ਹਾਂ ਨਾ, ਸਾਨੂੰ ਪਤਾ ਹੋਏ ਕਾਗਜ਼ਾਂ 'ਚ ਕੀ ਕਹਾਣੀ ਹੈ, ਤੇ ਉੱਥੇ ਬਣੀ ਗਈ ਪਈ ਹੈ ਸਾਡੇ ਸਾਹਮਣੇ। ਸਕੂਲ ਦੀ 4 ਦੀਵਾਰੀ ਬਣਾਣੀ ਹੈ ਜਨਾਬ, ਕਾਗਜ਼ਾਂ ਦੇ ਵਿੱਚ ਤੁਸੀਂ 8 ਫੁੱਟ ਦੇ ਪੈਸੇ ਲੈ ਗਏ ਹੋ ਉਚਾਈ ਦੇ, ਤੇ ਉੱਥੇ ਤੁਸੀਂ 6 ਫੁੱਟ ਦੀ ਬਣਾਈ ਹੈ। ਇਹ ਸ਼ਹਿਰੀ ਅਸੀਂ ਤਾਂ ਹੀ ਸਵਾਲ ਪੁੱਛ ਸਕਦੇ ਹਾਂ ਨਾ, ਸਾਡੇ ਪੈਰਾਂ ਤੇ ਕਾਗਜ਼ਾਂ ਦੀ ਕਹਾਣੀ ਕੀ ਹੈ। ਠੀਕ, ਇਹ ਆਇਨ ਦੀ ਸੂਰਤ 'ਚ, ਆਇਨੀ ਸ਼ੇਖ ਦੀ ਸੂਰਤ 'ਚ, ਕਿਸੇ ਕਾਨੂੰਨ ਦੀ ਸੂਰਤ 'ਚ ਤੁਹਾਡੇ ਹੱਥ 'ਚ ਕੋਈ ਟੂਲ ਹੋਵੇ ਤਾਂ ਤੁਸੀਂ ਗੱਲ ਕਰੋਗੇ ਨਾ, ਵਰਨਾ ਤੁਹਾਨੂੰ ਵੜਨ ਕੌਣ ਦੇਣਾ ਗੱਲ। ਜੀ ਬਿਲਕੁਲ ਬਿਲਕੁਲ। ਅੱਛਾ, ਦੂਜੀ ਹੁਣ ਮੈਂ ਇਹ ਪੁੱਛਣੀ ਸੀ ਮੁਖਤਾਰ ਸਾਹਿਬ, ਕਤਾ ਕਲਾਮੀ ਹੁੰਦੀ ਹੈ ਵੀ ਤੁਹਾਡੀ, ਕਿ ਆਮ ਤੌਰ ਤੇ ਕੁਝ ਬੰਦੇ ਨੇ ਜਿਹੜਾ, ਚਲੋ ਜੀ ਕਿਸੇ ਦਾ ਹੱਕ ਤੁਸੀਂ ਤਸਲੀਮ ਕਰੋ ਜਾਂ ਨਾ ਕਰੋ, ਅੱਗੋਂ ਆਖੇ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਲੱਗਣਾ। ਅੱਗੇ ਤੁਸੀਂ ਇੱਕ ਪ੍ਰੋਗਰਾਮ ਵਿੱਚ ਆਖਿਆ ਸੀ ਵੀ ਆਇਨ ਨੇ ਬੜੇ ਹੱਕ ਦਿੱਤੇ ਹੁੰਦੇ ਨੇ, ਲੇਕਿਨ ਅੱਗੋਂ ਉਹਨਾਂ ਨੂੰ ਐਕਸਰਸਾਈਜ਼ ਨਹੀਂ ਹੋ ਰਹੇ ਹੁੰਦੇ। ਇਹ ਤੁਹਾਡੇ ਸਾਹਮਣੇ ਥੱਲੇ ਉੱਤੇ 2 ਐਕੈਡਮਿਸ਼ਨ ਨਾਲ, ਇੱਕ ਮਤਲਬ ਰਿਨਾਊਂਡ ਸਾਇੰਟਿਸਟ ਸਨ, ਨੋਬਲ ਲਾਰੀਅਟ ਸਨ, ਉਹਨਾਂ ਦੀ ਤਸਵੀਰ ਦੇ ਉੱਤੇ ਕਾਲਖ ਮਰਨ ਵਾਲਾ ਵਾਕਿਆ, ਉਹ ਵੀ ਤੁਸੀਂ ਉੱਥੇ ਵੇਖ ਬੈਠੇ ਹੋ, BBC 'ਚ ਵੀ ਆ ਚੁੱਕੀ, ਉਹਦੇ ਉੱਤੇ ਰਾਈਟ ਅਪ ਮੁਖਤਲਿਫ ਲੋਕਾਂ ਨੇ ਗੱਲ ਕੀਤੀ ਹੈ। ਅਤੇ ਆਤਿਫ ਮੀਆਂ ਨੂੰ ਵੀ ਅਗਲੇ ਦਿਨ ਉਹਨਾਂ ਨੇ ਕਰਾਚੀ 'ਚ ਐਡਰੈਸ ਕਰਨਾ ਸੀ ਉਸ ਸੈਮੀਨਾਰ ਨੂੰ। ਇਹ ਹੁਣ ਤੁਸੀਂ ਉੱਥੇ ਵਿੱਚ ਬੈਠੇ ਹੋ, ਜਲੂਸ ਕੱਢਦੇ ਹੋ, ਅਤੇ ਤੁਹਾਡੇ ਜ਼ਿਹਨ ਵਿੱਚ ਕੀ ਦੱਸਦੇ ਹੋ ਵੀ ਇਹ ਹਾਲਤ ਕਿਤਨ ਤੱਕ ਅੱਪੜ ਗਈ ਹੈ? ਕਿਆ ਉੱਥੇ ਹੁਣ ਤਫਾ ਕਿਸੇ ਦਾ ਤਪੇ ਦਾ ਵੀ, ਜਾਂ ਹਾਲ ਹੀ ਕੋਈ ਨਹੀਂ ਰਹਿ ਗਿਆ? ਵੇਖੋ ਨਾ ਭੱਟੀ ਸਾਹਿਬ, ਇਸ ਨੂੰ ਬਾਜ਼ ਮਾਮਲਾਤ ਜਿੱਥੇ ਬੜੀ ਇੱਕ ਜਜ਼ਬਾਤੀਅਤ ਜ਼ਾਹਿਰ ਹੈ ਸਾਡੇ ਮੁਲਕ 'ਚ ਪਾਈ ਜਾਂਦੀ ਹੈ ਜੀ, ਔਰ ਲੇਕਿਨ ਅਗਰ ਤੁਸੀਂ ਵੇਖੋ ਨਾ, ਇੱਕ ਅਕਲੀ ਦਲਾਲ ਦੇ ਉੱਤੇ ਇਸਤਦਲਾਲ ਜਿਹੜਾ ਕੀਤਾ ਜਾਂਦਾ ਹੈ। ਹਾਂਜੀ, ਹੁਣ ਇੱਕ ਹਵਾਲਾ ਮਜ਼ਹਬੀ ਹੋ ਸਕਦਾ ਹੈ ਜਿਸ ਨਾਲ ਇਸ ਉੱਤੇ ਗੱਲ ਹੋ ਸਕਦੀ ਹੈ, ਇੱਕ ਪਾਕਿਸਤਾਨ ਦੇ ਸ਼ਹਿਰੀ ਦੇ ਹਵਾਲੇ ਨਾਲ ਹੋ ਸਕਦਾ ਹੈ ਜਿਹੜੇ ਸਾਡੇ ਹਕੂਕ ਨੇ। ਠੀਕ ਹੈ। ਅੱਛਾ, ਮਜ਼ਹਬੀ ਹਵਾਲੇ ਨਾਲ ਵੀ ਸਾਡੀ ਤਾਰੀਖ, ਇਸਲਾਮੀ ਤਾਰੀਖ ਦੇ ਵਿੱਚ ਜ਼ਾਹਿਰ ਬੜੇ ਬੜੇ ਇਖਤਲਾਫਾਤ ਰਹੇ ਨੇ। ਠੀਕ ਹੈ। ਮਤਲਬ ਉਮਤ ਦੇ ਅੰਦਰ ਵੀ ਰਹੇ ਨੇ, ਤੇ ਫਿਰ ਉਮਤ ਦੇ ਸਾਡੇ ਫੁਕਹਾ ਜਿਹੜੇ ਨੇ ਔਰ ਦੂਸਰੇ ਮਜ਼ਾਹਬ ਨਾਲ ਵੀ ਇੱਕ ਮਕਾਲਮਾ ਕਰਦੇ ਰਹੇ ਨੇ। ਦਰੁਸਤ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ। ਲਿਹਾਜ਼ਾ ਇੱਕ ਜਿਹੜੀ ਸਾਡੀ ਮਜ਼ਹਬੀ ਰਿਵਾਇਤ ਹੈ ਉਹਦੇ ਵਿੱਚ ਇੱਕ ਬੜੀ ਮਜ਼ਬੂਤ ਗੱਲ ਹੈ ਇਸ ਗੱਲ ਦੇ ਉੱਤੇ ਵੀ ਜਨਾਬ ਤੁਸੀਂ ਇੱਕ ਤੇ ਬਰਦਾਸ਼ਤ, ਦੂਸਰੇ ਦੀ ਗੱਲ ਸੁਣਨੀ, ਆਪਣੀ ਗੱਲ ਉਸ ਨਾਲ ਪਹੁੰਚਾਉਣੀ, ਇੱਕ ਅੱਛੇ ਇਖਲਾਕੀ, ਇੱਕ ਇਖਲਾਕ ਦੇ ਨਾਲ ਤੁਸੀਂ ਆਪਣੀ ਗੱਲ ਕਰਨੀ ਹੈ ਔਰ ਦੂਸਰੀ ਦੀ ਗੱਲ ਸੁਣਨੀ ਹੈ। ਸਾਡੇ ਨਬੀ ਸੱਲੱਲਾਹੁ अलैहि वसल्लम ਤੇ ਇੱਕ ਮੁਜਸਮਾ ਇਖਲਾਕ ਸਨ ਜੀ। ਸਹੀ ਹੈ। ਔਰ ਹਰ ਤਰ੍ਹਾਂ ਦੀ ਗੱਲ ਸੁਣਦੇ ਵੀ ਸਨ, ਸਹਿੰਦੇ ਵੀ ਸਨ, ਉਹ ਸਾਡੇ ਲਈ ਮਿਸਾਲਾਂ ਮੌਜੂਦ ਜੀ। ਬਿਲਕੁਲ, ਉਹਨਾਂ ਨਾਲ ਬਹਿਸ ਕਰਨ ਵਫਦ ਹੁੰਦੇ ਸਨ ਈਸਾਈਆਂ ਦੇ ਕਿ ਵੀ ਅਸੀਂ ਤੁਹਾਡੇ ਨਾਲ ਬਹਿਸ ਕਰਨੀ। ਉਹ ਇਹ ਤਾਂ ਨਹੀਂ ਹੈ ਨਾ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਸਾਡਾ ਇੱਕ ਮਜ਼ਹਬੀ ਇਖਤਲਾਫ ਹੋ ਸਕਦਾ ਹੈ, ਅਕਾਇਦ ਦਾ ਇਖਤਲਾਫ ਹੋ ਸਕਦਾ ਹੈ, ਅਸੀਂ ਇੱਕ ਰਾਏ ਰੱਖ ਸਕਦੇ ਹਾਂ ਕਿ ਜਨਾਬ ਉਹਨਾਂ ਦਾ ਅਕੀਦਾ ਠੀਕ ਹੈ ਜਾਂ ਨਹੀਂ ਹੈ, ਉਹ ਸਾਰੀ ਗੱਲਾਂ ਆਪਣੀ ਜਗ੍ਹਾ ਤੇ ਉਹ ਹਰ ਇੱਕ ਦਾ ਹੱਕ ਹੈ। ਲੇਕਿਨ ਗੱਲ ਨਹੀਂ ਹੋ ਸਕਦੀ, ਅਸੀਂ ਕਿਸੇ ਦੀ ਗੱਲ ਸੁਣਨੀ ਨਹੀਂ ਹੈ, ਜਾਂ ਉਹ ਗੱਲ ਕਰੇਗਾ ਤੇ ਅਸੀਂ ਮਾਰਨ ਤੇ ਤੁਲ ਜਾਵਾਂਗੇ। ਇਹ ਕਿਸੇ ਤੌਰ ਤੇ ਸਾਡੀ ਇੱਕ ਮਜ਼ਹਬ ਦੀ ਨਾ ਤਾਲੀਮ ਹੈ, ਨਾ ਇਹ ਸਾਡੀ ਕੋਈ ਮਤਲਬ ਜਿਹੜੇ ਬੜੇ ਬੜੇ ਉਲਮਾ ਨੇ ਜਾਂ ਸੂਫੀਆ ਨੇ, ਨਾ ਕੋਈ ਇਹ ਉਹਨਾਂ ਦੀ ਜਿਹੜੀ ਹੈ ਨਾ ਕੋਈ ਰਿਵਾਇਤ ਹੈ, ਬਲਕਿ ਉਹਨਾਂ ਦਾ ਆਪਣੇ ਇਖਲਾਕ ਨਾਲ ਜਿਨ੍ਹਾਂ ਲੋਕਾਂ, ਜਿਹੜੇ ਲੋਕ ਉਹਨਾਂ ਨਾਲ ਇਖਤਲਾਫ ਵੀ ਕਰਦੇ ਸਨ, ਉਹ ਉਹਨਾਂ ਦੀ ਗੱਲ, ਉਹਨਾਂ ਦੇ ਪੈਰੋਕਾਰ ਬਣ ਜਾਂਦੇ ਸਨ। ਬਹੁਤ ਸਾਰੇ ਲੋਕ ਬੜੇ ਸਗੀਰ ਹੈ, ਬਾਕੀ ਜਗ੍ਹਾ ਤੋਂ ਮੁਸਲਮਾਨ ਹੋਏ, ਸਾਡੇ ਹੁਣ ਸੂਫੀਆ ਦੀ ਇੱਕ ਬੜੀ ਜਿਹੜੀ ਹੈ ਤਾਦਾਦ ਹੈ। ਇੰਡੀਆ ਦੇ ਵਿੱਚ ਸੂਫੀਆ ਨੇ ਜਿੱਥੇ ਹਿੰਦੂ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ, ਇਹ ਉਹਨਾਂ ਦੀ ਇੱਕ ਸ਼ਨਾਖਤ ਸੀ। ਅੱਛਾ, ਇਹ ਤੇ ਸਾਡਾ ਇੱਕ ਮਜ਼ਹਬੀ ਹਵਾਲਾ ਹੈ ਜੀ। ਜੀ, ਅਸੀਂ ਜਬ ਆਪਣੇ ਪਾਕਿਸਤਾਨ ਦੇ ਸ਼ਹਿਰੀ ਦੇ ਹਵਾਲੇ ਨਾਲ ਦੇਖਦੇ ਹਾਂ, ਇੱਕ ਜਦੀਦ ਅਸਾਂ ਰਿਆਸਤ ਬਣਾਈ ਹੈ ਜੀ ਜੀ, ਜਿਹਦੇ ਵਿੱਚ ਅਸਾਂ ਆਖਿਆ ਕਿ ਸਾਰੇ ਸ਼ਹਿਰੀ ਬਰਾਬਰ ਹੈ। ਠੀਕ। ਫਿਰ ਅਸਾਂ ਆਇਨ ਬਣਾਇਆ, ਆਇਨ 'ਚ ਅਸੀਂ ਸਾਰੇ ਹਕੂਕ ਦਿੱਤੇ, ਉਹ ਹਿੰਦੂ ਵੀ ਹੋ ਸਕਦਾ ਹੈ, ਉਹ ਸਿੱਖ ਵੀ ਹੋ ਸਕਦਾ ਹੈ, ਮੁਸਲਮਾਨ ਵੀ ਹੈ ਨੇ, ਈਸਾਈ ਵੀ ਹੈ ਨੇ, ਅਹਿਮਦੀ ਵੀ ਹੈ ਨੇ, ਮਤਲਬ ਇੱਕ ਸਾਰਾ ਇੱਕ ਉਸ ਸਾਡੇ ਖਿੱਤੇ ਦੇ ਵਿੱਚ ਜਿਹੜੇ ਲੋਕ ਇਸ ਮੁਲਕ 'ਚ ਲੋਕ ਆਬਾਦ ਨੇ ਜੀ ਜੀ, ਉਹਨਾਂ ਦੇ ਬਰਾਬਰ ਦੇ ਸ਼ਹਿਰੀ ਹਕੂਕ ਨੇ। ਠੀਕ। ਅੱਛਾ, ਹੁਣ ਜਿਹੜਾ ਕਰਾਚੀ ਵਾਲਾ ਵਾਕਿਆ ਹੈ, ਉਹ ਇੱਕ ਪਾਕਿਸਤਾਨ ਤੋਂ ਤਾਲੁਕ ਰੱਖਣ ਵਾਲੇ ਇੱਕ ਬਹੁਤ ਮਸ਼ਹੂਰ ਇਕੋਨੋਮਿਸਟ ਹੈ ਨੇ ਜਿਹੜੇ ਪਾਕਿਸਤਾਨ ਤੋਂ ਗਏ, ਉਹਨਾਂ ਨਾਂ ਕਮਾਇਆ ਹੈ, ਉਹ ਪਾਕਿਸਤਾਨ ਦੇ ਔਰ ਜੋ ਇਕੋਨੋਮੀ ਦੇ ਐਕਸਪਰਟਸ ਨੇ, ਉਹ ਇੱਕ ਯੂਨੀਵਰਸਿਟੀ ਇੱਕ ਮਕਾਲਮਾ ਰੱਖਦੀ ਹੈ, ਉਸ ਉੱਤੇ ਕਿਉਂ ਗੱਲ ਨਹੀਂ ਹੋ ਸਕਦੀ ਪਾਕਿਸਤਾਨ ਦੀ ਮਈਸ਼ਤ ਦੇ ਉੱਤੇ? ਕਿਆ ਅਗਰ ਅਸੀਂ ਆਪਣੀ ਇਸ ਬੁਨਿਆਦ ਦੇ ਉੱਤੇ, ਅਕਾਇਦ ਦੀ ਬੁਨਿਆਦ ਦੇ ਉੱਤੇ, ਜਾਂ ਕੱਲ ਕਿਸੇ ਹੋਰ ਬਿਰਾਦਰੀ ਦੀ ਬੁਨਿਆਦਾਂ ਦੇ ਉੱਤੇ, ਜਾਂ ਰੇਸ ਦੀ ਬੁਨਿਆਦਾਂ ਦੇ ਉੱਤੇ ਅਸਾਂ ਇਹ ਰਵੱਈਏ ਬਣਾ ਲਈਏ ਕਿ ਅਸੀਂ ਫਲਾਣੇ ਬੰਦੇ ਨਾਲ ਤਾਂ ਗੱਲ ਹੀ ਨਹੀਂ ਕਰਨੀ, ਉਹਦੀ ਸੁਣਨੀ ਨਹੀਂ ਹੈ, ਤੇ ਉਸ ਦੇ ਨਤੀਜੇ ਦੇ ਵਿੱਚ ਅਸੀਂ ਆਪਣੀ ਕਮਜ਼ਰਫੀ ਜਾਂ ਆਪਣੀ ਕਮਜ਼ੋਰੀ ਜ਼ਾਹਿਰ ਕਰ ਰਹੇ ਹਾਂ ਕਿ ਜਿਵੇਂ ਅਸੀਂ ਬੜੇ ਇਨਸਿਕਿਉਰ ਹੈ,
ਅਸੀਂ ਬੜੇ ਜਨਾਬ ਅਸੀਂ ਤਾਂ ਗੱਲ ਸਾਡੇ ਕੋਲ ਬਰਦਾਸ਼ਤ ਹੀ ਨਹੀਂ ਹੋਣੀ। ਅੱਛਾ, ਉਸ ਨਾਲ ਕੋਈ ਫਾਇਦਾ ਨਹੀਂ ਹੁੰਦਾ, ਉਹਦੇ ਨਾਲ ਇਸ ਮੁਲਕ ਦਾ ਨੁਕਸਾਨ ਹੈ। ਔਰ ਇਲਮੀ ਰਿਵਾਇਤ ਤੇ ਇਹ ਬਿਲਕੁਲ ਹੀ ਕਾबिल ਬਰਦਾਸ਼ਤ ਗੱਲ ਨਹੀਂ ਹੈ। ਯੂਨੀਵਰਸਿਟੀਜ਼ ਤੇ ਮੁਲਕ ਦੇ ਇੱਕ ਬੜਾ ਆਲਾ ਤਰੀਨ ਇਦਾਰਾ ਹੁੰਦਾ ਹੈ ਜਿੱਥੇ ਇਲਮ ਪੜਾਇਆ ਜਾਂਦਾ ਹੈ, ਇਲਮ ਸਿੱਖਿਆ ਜਾਂਦਾ ਹੈ, ਨਵੀਂ ਰਿਸਰਚ ਪੈਦਾ ਹੁੰਦੀ ਹੈ। ਤੁਸੀਂ ਹਰ ਕਿਸੇ ਦੀ ਗੱਲ ਸੁਣਨੀ ਹੁੰਦੀ ਹੈ, ਹਰ ਕਿਸੇ ਦੀ ਕਿਤਾਬ ਪੜ੍ਹਨੀ ਹੁੰਦੀ ਹੈ, ਔਰ ਉਹਦੀ ਬੇਸਿਸ ਦੇ ਉੱਤੇ ਤੁਸੀਂ ਇੱਕ ਆਪਣੀ ਰਾਏ ਕਾਇਮ ਕਰਕੇ ਤੁਸੀਂ ਨਵਾਂ ਲਿਟਰੇਚਰ ਪੈਦਾ ਕਰਦੇ ਹੋ। ਇਹ ਇੱਕ ਮਤਲਬ, ਔਰ ਉੱਥੇ ਅਗਰ ਪਾਬੰਦੀਆਂ ਲੱਗ ਜਾਣ ਕਿ ਤੁਸੀਂ ਇਹ ਸਵਾਲ ਨਹੀਂ ਪੁੱਛ ਸਕਦੇ, ਤੁਸੀਂ ਉਸ ਬੰਦੇ ਨੂੰ ਸੁਣ ਨਹੀਂ ਸਕਦੇ, ਤੁਸੀਂ ਉਸ ਨੂੰ ਬੁਲਾ ਨਹੀਂ ਸਕਦੇ, ਉਹ ਕੋਈ ਵੀ ਹੋਏ। ਔਰ ਅਗਰ ਔਰ ਅਸੀਂ ਇਸ ਰਾਹ ਤੇ ਚੱਲ ਪਈਏ ਤਾਂ ਅੱਜ ਇਹ ਗੱਲ ਹੋ ਸਕਦੀ ਹੈ ਕਿ ਜਨਾਬ ਅਸੀਂ ਅਹਿਮਦੀ ਦੀ ਗੱਲ ਨਹੀਂ ਸੁਣਨੀ, ਕੱਲ ਇਹ ਹੋ ਜਾਏਗੀ ਕਿ ਅਸੀਂ ਸ਼ੀਆ ਦੀ ਗੱਲ ਨਹੀਂ ਸੁਣਨੀ, ਪਰਸੋਂ ਇਹ ਹੋ ਜਾਏਗੀ ਅਸੀਂ ਬਰੇਲਵੀ ਦੀ ਨਹੀਂ ਸੁਣਨੀ। ਅੱਛਾ, ਔਰ ਇਹ ਜਿਹੜਾ ਰਵੱਈਆ ਹੈ ਨਾ ਐਕਸਕਲੂਜਨਰੀ, ਇਹ ਫਿਰ ਬਦਕਿਸਮਤੀ ਨਾਲ ਅੱਗੇ ਚੱਲਦਾ ਚਲਾ ਜਾਂਦਾ ਹੈ। ਔਰ ਇੱਕ ਵਕਤ ਆਂਦਾ ਹੈ ਕਿ ਤੁਸੀਂ ਬਿਲਕੁਲ ਇਕੱਲੇ ਖੜੇ ਹੁੰਦੇ ਹੋ, ਉੱਥੇ ਬੰਦਾ ਰਹਿ ਹੀ ਕੋਈ ਨਹੀਂ ਜਾਂਦਾ। ਠੀਕ ਹੈ ਗੱਲ, ਇੰਜੀ ਗੱਲ ਉਹ ਰਹਿ ਕੋਈ ਨਹੀਂ ਜਾਂਦਾ। ਦੇਖੋ ਅਗਰ ਅਸੀਂ ਕਹੀਏ ਜੀ ਅਸੀਂ ਯਹੂਦੀਆਂ ਦੀ ਕਿਤਾਬ ਨਹੀਂ ਪੜ੍ਹਨੀ, ਅੱਛਾ ਉਹ ਕਿਤਨੀ ਕਿਤਾਬਾਂ ਲੱਖਾਂ ਦੀ ਤਾਦਾਦ ਹੀ ਨਿਕਲ ਜਾਣਗੀਆਂ। ਫਿਰ ਜੀ ਤੁਸੀਂ ਆਖੋ ਅਸੀਂ ਈਸਾਈਆਂ ਦੀ ਕਿਤਾਬ ਵੀ ਨਹੀਂ ਸੁਣਨੀ, ਫਿਰ ਹਿੰਦੂ ਤਾਂ ਬਿਲਕੁਲ ਹੀ ਅਸੀਂ ਨਹੀਂ ਕਰਨਾ, ਮਤਲਬ ਇਹ ਕਿੱਥੇ ਪਹੁੰਚੇਗੀ ਗੱਲ। ਠੀਕ, ਤੇ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਬਦਕਿਸਮਤੀ ਨਾਲ ਸਾਡੇ ਮੁਲਕ ਵਿੱਚ ਚੱਲ ਪਿਆ ਹੈ। ਮਤਲਬ ਤੁਸੀਂ ਆਪਣੇ ਅਕਾਇਦ ਤੇ ਕਾਇਮ ਰਹੋ, ਤੁਸੀਂ ਇਖਤਲਾਫ ਵੀ ਕਰੋ, ਤੁਸੀਂ ਕਿਸੇ ਨੂੰ ਗਲਤ ਸਮਝਦੇ ਹੋ ਤੁਸੀਂ ਕਹੋ ਇੱਕ ਅੱਛੇ ਅੰਦਾਜ਼ ਵਿੱਚ ਕਿ ਉਹ ਗਲਤ ਹੈ, ਅੱਛੇ ਅੰਦਾਜ਼ ਵਿੱਚ ਕਹੋ। ਲੇਕਿਨ ਇਹ ਕੀ ਗੱਲ ਹੋਈ ਕਿ ਜਨਾਬ ਅਸੀਂ ਮਰਨ ਮਾਰਨ ਤੇ ਤੋਲਾ, ਇਹ ਕੋਈ ਗੈਰ ਮੁਹਜ਼ਬ ਰਵੱਈਆ ਹੈ, ਕੋਈ ਮੁਹਜ਼ਬ ਰਵੱਈਆ ਤੇ ਨਹੀਂ ਹੈ। ਇਹਦਾ ਮਤਲਬ ਇਹ ਜਿਹੜਾ ਹਿਸਾਸ ਇਸ਼ੂ ਤੇ ਹਿਸਾਸ ਇਸ਼ੂ ਵਾਲੀ ਤੁਸੀਂ ਗਰਦਾਨ ਸੁਣਦੇ ਆਏ ਹੋ, ਤੁਸੀਂ ਜ਼ਾਤੀ ਤੌਰ ਤੇ ਮੁਤਫਿਕ ਹੋ ਵੀ ਹਿਸਾਸ ਇਸ਼ੂ ਵਾਲੀ ਬੁਨਿਆਦੀ ਬੇਵਕੂਫੀ ਹੈ ਬੇਸਿਕਲੀ। ਨਹੀਂ ਵੇਖੋ ਨਾ, ਮੈਂ ਆਖਣਾ ਕਿ ਹਸਾਸ ਇਸ਼ੂਜ਼ ਦਾ ਇਹ ਮਤਲਬ ਤਾਂ ਨਹੀਂ ਹੁੰਦਾ ਨਾ। ਅਹਿਸਾਸ ਇਸ ਹੱਦ ਤੱਕ ਹੀ ਹੋ ਸਕਦਾ ਨਾ ਕਿ ਤੁਸੀਂ ਦੂਸਰਿਆਂ ਦੇ ਜਿਹੜੀ ਹਸਾਸੀਅਤ ਹੈ ਉਸ ਦਾ ਖਿਆਲ ਰੱਖੋ। ਬਿਲਕੁਲ ਠੀਕ ਹੈ, ਦੂਸਰੇ ਬਿਲਕੁਲ ਸਹੀ। ਉਹ ਇਸੇ ਤਰ੍ਹਾਂ ਹੋ ਸਕਦੀ ਹੈ ਨਾ, ਮੈਂ ਕਿਸੇ ਨੂੰ ਗਾਲੀ ਨਾ ਦੇਵਾਂ, ਕਿਸੇ ਨੂੰ ਬੁਰਾ ਨਾਮ ਨਾਲ ਮੁਖਾਤਬ ਨਾ ਕਰਾਂ, ਔਰ ਇੱਕ ਅੱਛੇ ਅੰਦਾਜ਼ ਵਿੱਚ ਅੱਛੇ ਸਲੂਬ ਵਿੱਚ ਮੈਂ ਆਪਣੀ ਗੱਲ ਕਰਾਂ। ਇਹ ਬਹੁਤ ਜ਼ਬਰਦਸਤ ਹੈ, ਕਿਉਂਕਿ ਮੈਂ ਅੱਗੇ ਤੁਹਾਡੇ ਤੋਂ ਪਹਿਲਾਂ ਉਹ ਵਫਾਕੀ ਵਜ਼ੀਰ ਦੀਆਂ ਤੇ ਉਹਨਾਂ ਦੀਆਂ ਨਦੀਮ ਮਲਕ ਦੀਆਂ ਗੱਲਾਂ ਸੁਣ ਕੇ ਮੈਂ ਦੱਸਾਂ ਯਾਰ ਹਸਾਸੀਅਤ ਦੀ ਤੇ ਇਹਨਾਂ ਨੇ ਡੈਫੀਨੇਸ਼ਨ ਹੀ ਚੇਂਜ ਕਰਕੇ ਰੱਖ ਦਿੱਤੀ ਹੈ। ਤੁਹਾਡੇ ਬਹੁਤ ਸ਼ੁਕਰੀਆ ਕਿ ਅੱਜ ਤੁਸੀਂ ਹਸਾਸੀਅਤ ਦਾ ਤਰਜਮਾ ਜਿਹੜਾ ਉਹ ਐਨ ਇਸਲਾਮੀ ਰੂਹ ਦੇ ਮੁਤਾਬਿਕ ਕੀਤਾ ਕਿ ਹਸਾਸੀਅਤ ਅਗਰ ਹੈ ਤੇ ਅਗਲੇ ਦਾ ਗੱਲ ਹੋ ਸਕਦੀ ਹੈ, ਹਰ ਇੱਕ ਮੇਰੇ ਖਿਆਲ ਵਿੱਚ ਹਰ ਮੌਜੂ ਤੇ ਗੱਲ ਹੋ ਸਕਦੀ ਹੈ, ਸਿਰਫ ਗੱਲ ਤਰੀਕੇ ਦੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਗੱਲ ਕਰਨੀ। ਠੀਕ ਠੀਕ ਹੈ, ਸਾਡੇ ਆਪਣੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਤਰੀਕਾ ਸੀ, ਹਰ ਮੌਜੂ ਤੇ ਗੱਲ ਹੁੰਦੀ ਸੀ, ਹਰ ਕਿਸੇ ਨਾਲ ਗੱਲ ਹੁੰਦੀ ਸੀ। ਬਿਲਕੁਲ ਠੀਕ। ਮਤਲਬ ਮੁਖਾਲਿਫ, ਬਦਤਰੀਨ ਮੁਖਾਲਿਫ ਦੂਸਰੇ ਮਜ਼ਾਹਬ ਦੇ ਲੋਕ, ਉਹਨਾਂ ਨੂੰ ਮਸਜਿਦ ਨਬਵੀ ਠਹਿਰਾ ਦਿੱਤਾ ਜਾਂਦਾ ਸੀ। ਉਹ ਬੜੀ ਤਲਖ ਅੰਦਾਜ਼ ਨਾਲ ਲੋਕ ਗੱਲ ਕਰਦੇ ਸਨ, ਅੱਗੋਂ ਰਿਸਪੈਕਟ ਨਾਲ ਜਵਾਬ ਮਿਲਦਾ ਸੀ। ਬਿਲਕੁਲ ਠੀਕ। ਮਤਲਬ ਅਸੀਂ ਉਹੀ ਰਵੱਈਆ ਸਾਡੇ ਲਈ ਇੱਕ ਨਮੂਨਾ ਨੇ, ਉਹੀ ਹੋਣਾ ਚਾਹੀਦਾ ਹੈ। ਔਰ ਇੱਕ ਵੈਸੇ ਵੀ ਇੱਕ ਜਦੀਦ ਮਕਾਲਮੇ ਦਾ ਵੀ ਇਸ ਤਰ੍ਹਾਂ ਹੀ ਹੈ ਰੁਝਾਨ। ਮਤਲਬ ਹੁਣ ਅਸੀਂ, ਮੈਂ ਵੀ ਬਾਹਰ ਪੜ੍ਹਿਆ, ਤੁਸੀਂ ਬਾਹਰ ਰਹਿੰਦੇ, ਹੋਰ ਵੀ ਯੂਨੀਵਰਸਿਟੀਆਂ ਦੇ ਵਿੱਚ ਬੜੇ ਬੜੇ ਉਹ ਲੈਫਟ ਤੇ ਰਾਈਟ ਦੇ ਲੋਕ, ਹਾਂਜੀ ਵਨਸਵਨੀਆਂ ਗੱਲਾਂ ਹੁੰਦੀਆਂ ਨੇ ਉੱਥੇ, ਕਿਸੇ ਦਾ ਤੁਸੀਂ ਮਤਲਬ ਮੂੰਹ ਦੇ ਉੱਤੇ ਚਬੂਤ ਨਹੀਂ ਚਾੜ ਦੇਣਾ ਨਾ ਕਿਸੇ ਦੇ, ਤੇ ਬੰਦਿਆਂ ਗੱਲ ਕਰਨੀ ਹੈ ਸ਼ਦੀਦ। ਹਾਂਜੀ ਹਾਂ, ਸ਼ਦੀਦ ਇਖਤਲਾਫ ਹੁੰਦਾ ਹੈ ਇੱਕ ਦੂਜੇ ਦੇ ਉੱਤੇ, ਥੋੜਾ ਬਹੁਤ ਟਾਂਟ ਟੂੰਟ ਵੀ ਹੋ ਜਾਂਦੇ ਨੇ, ਕੋਈ ਮਜ਼ਾ ਵੀ ਹੋ ਜਾਂਦਾ ਹੈ, ਲੇਕਿਨ ਮਤਲਬ ਇੱਕ ਆਪਣੀ ਦਲੀਲ ਨਾਲ ਲੋਕ ਗੱਲ ਕਰਦੇ ਨੇ। ਬਿਲਕੁਲ ਸਹੀ। ਮੁਖਤਾਰ ਸਾਹਿਬ ਤੁਹਾਡਾ ਤੇ ਮੈਂ ਵਕਤ ਵੀ ਤੁਸੀਂ ਰੱਜ ਕੇ ਦਿੱਤਾ ਤੇ ਗੱਲ ਵੀ ਸਾਰੀ ਨਾਲ ਸ਼ਾਮਿਲ ਰਹੇ ਹੋ, ਪਰ ਸਾਡੇ ਪ੍ਰੋਗਰਾਮ ਹੁੰਗਾਰਾ ਨਾਲ ਯਾਨੀ ਇੱਕ ਸਵਾਦ ਆ ਗਿਆ ਕਿ ਵਿੱਚ ਇੱਕ ਦੂਜੇ ਬੰਦੇ ਦਾ ਹੁੰਗਾਰਾ ਵੀ ਸ਼ਾਮਿਲ ਹੋਇਆ। ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਖੈਰੀਅਤ ਨਾਲ ਰੱਖੇ। ਔਰ ਸਾਡੀ ਦੁਆ ਵੀ ਹੈ ਤੇ ਖਾਸ਼ ਵੀ ਹੈ ਵੀ ਇਹ ਸਿਲਸਿਲਾ ਜਿਹੜਾ ਹੁਣ ਵਕਤਨ ਫਵਕਤਨ ਤੁਸੀਂ ਨਾ ਕਦੀ ਨਾ ਕਦੀ ਲੰਘਦੇ ਟੱਪਦੇ ਇਸ ਬੈਠਕ 'ਚ ਵਾੜਾ ਵਿਆ ਕਰੋ, ਕੋਈ ਨਹੀਂ ਕੋਠੇ ਤੇ ਗਾਂ ਚੜ ਜਾਂਦੀ ਟਾਈਮ ਕੱਢ ਕੇ। ਹਾਂਜੀ ਨਹੀਂ ਜਨਾਬ, ਅਸੀਂ ਤਾਂ ਜਿੱਥੇ ਮੌਕਾ ਮਿਲਦਾ ਹੈ ਆਪਣੀ ਰਾਏ ਦਾ ਇਜ਼ਹਾਰ ਜੋ ਸਾਨੂੰ ਸਹੀ ਲੈ ਸਮਝ ਆਉਂਦੀ ਹੈ ਔਰ ਉਹ ਜ਼ਰੂਰ ਕਰਨੇ ਆ ਸਰ। ਤੇ ਤੁਹਾਡੇ ਨਾਲ ਵੀ ਇਨਸ਼ਾਅੱਲਾ ਸ਼ਰੀਕ ਹੁੰਦੇ ਰਹਾਂਗੇ ਇਨਸ਼ਾਅੱਲਾ। ਸਰ ਬਹੁਤ ਸ਼ੁਕਰੀਆ, ਅੱਲਾ ਦੇ ਹਵਾਲੇ ਸਰ, ਫਿਰ ਇਨਸ਼ਾਅੱਲਾ ਦੁਬਾਰਾ ਗੱਲ ਹੋਏਗੀ ਸਰ। ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ। ਲੋ ਜੀ, ਇਹ ਇੱਥੋਂ ਤੱਕ ਸੀ ਗੱਲ। ਤੇ ਬੰਦੇ ਵੰਨ-ਸਵੰਨੇ ਆਪਣੀ ਆਪਣੀ ਸੋਚਾਂ ਦੇ ਨਾਲ ਉਹ ਆਉਂਦੇ ਨੇ ਕਿ ਕਿਉਂ ਨਹੀਂ ਗੱਲਾਂ ਹੋ ਸਕਦੀਆਂ ਨੇ ਔਰ ਸਾਰਿਆਂ ਨੂੰ ਰਲ ਕੇ ਕਰਨੀਆਂ ਚਾਹੀਦੀਆਂ ਨੇ। ਤੇ ਅੱਲਾਹ ਤਾਲਾ ਤੌਫੀਕ ਦੇ, ਇਨਸਾਨੀਅਤ ਵਾਪਸ ਆਵੇ ਔਰ ਇਨਸਾਨੀ ਮੁਆਸ਼ਰੇ ਵਾਲੀ ਟੋਲਰੈਂਸ ਜਿਹੜੀ ਹੈ ਉਹ ਪਾਕਿਸਤਾਨ ਵਿੱਚ ਪ੍ਰੀਵੇਲ ਕਰੇ।
फ़ी अमान अल्लाह। अल्लाह दे हवाले। अस्सलाम वालेकुम वरहमतुल्लाह।